वाहेगुरु 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 वाहेगुरु। जी वाहेगुरु साहिब जी। श्लोक महला तीजा। कामन तो सिगार कर जा पहला कंत मनाए। मत सिज कंत न आवई। एवै बिरथा जाए। कामन तो सिगार कर जा पहला कंत मनाए। मत सिज कंत न आवई। एवै बिरथा जाए। कामन पीर मन मानिया तो बनया सिगार। किया तो परवान है जा सो तरे प्यार। भौ सिगारत बोल रस भोजन भाओ करे। तन मन सौंपे कंत को तो नानक भोग करे। भौ सिगारत बोल रस भोजन भाओ करे। तन मन सौंपे कंत को तो नानक भोग करे। वाहिगुरु जी का खालसा वाहिगुरु जी की फतेह। जुग जुग अटल लोक परलोक दे राखे। चवर छतर तखत दे मालक। दो जहान दे वाले। निमाणियां दे मान निताणियां दे तान। धन धन साहिब श्री गुरु ग्रंथ साहिब सच्चे पातशाह जी दी पावन पवित्र हजूरी अंदर सिख पंथ दे महान ते पावन पवित्र अस्थान गुरुद्वारा मंजी साहिब दीवान हाल विखे जुड़ बैठी गुरु रूप साध संगत जी। सब तो पहला एक बारी फिर फतेह दी सांझ पाइए। वाहिगुरु जी का खालसा वाहिगुरु जी की फतेह। जिन्ने को अज आपां गुरु दे बोल सुनन वास्ते बैठे हैं, चाहे इस महान इतिहासक पावन पवित्र अस्थान ते बैठे हैं, चाहे टीवी माध्यम दे राही अपने घरां दे विच सुनन वास्ते बैठे हैं, असी धनता दे जोग हाँ, वडियाई दे पात्र हाँ। क्योंकि गुरु दे बोल सुनने, गुरु दे बोलां दे नाल अपनी सुरत दी सांझ पाउणी, गुरु दे शब्द नाल अपनी सुरत जोड़नी, ये विरलियां दे हिस्से आउंदा है। उन्हां दे हिस्से आउंदा है
ਜਿਨ੍ਹਾਂ ਤੇ ਅਕਾਲ ਪੁਰਖ ਦੀ ਮਿਹਰਬਾਨਗੀ ਹੁੰਦੀ ਹੈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਅੱਜ ਸਾਡੇ ਤੇ ਗੁਰੂ ਦੀ ਕਿਰਪਾ ਹੈ ਕਿ ਅਸੀਂ ਗੁਰੂ ਦੇ ਲਫ਼ਜ਼ਾਂ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਦੇ ਉਪਦੇਸ਼ਾਂ ਦੇ ਨਾਲ ਸਾਂਝ ਪਾਉਣ ਵਾਸਤੇ ਆਪਣੀ ਸੁਰਤ ਦੀ ਇੱਥੇ ਹਾਜ਼ਰ ਹੋਏ ਹਾਂ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਸਾਡੀ ਝੋਲੀ ਪਿਆ, ਇਸੇ ਹੀ ਮੁੱਖ ਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਵਿਚਾਰ ਸਰਵਣ ਕਰਨੀ ਹੈ। ਇਹ ਸੂਹੀ ਦੀ ਵਾਰ ਹੈ। ਸੂਹੀ ਦੀ ਵਾਰ ਦੇ ਵਿੱਚ ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸ਼ਲੋਕਾਂ ਦੇ ਵਿੱਚ ਸਾਨੂੰ ਕੀ ਸਮਝਾਉਂਦੇ ਹੈ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕਰਕੇ ਲੈ ਜਾਣਾ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ ਔਰ ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਕਾਮਨ ਤੋ ਸਿਗਾਰ ਕਰ, ਜਾ ਪਹਿਲਾ ਕੰਤ ਮਨਾਏ। ਗੁਰੂ ਪਿਆਰਿਓ, ਇਸ ਸ਼ਬਦ ਦੀ ਵਿਚਾਰ ਸੁਣਨ ਤੋਂ ਪਹਿਲਾਂ ਇੱਕ ਗੱਲ ਸਮਝ ਲੈਣੀ ਬੜੀ ਜ਼ਰੂਰੀ ਹੈ ਕਿ ਗੁਰਬਾਣੀ ਸਾਨੂੰ ਅਕਾਲ ਪੁਰਖ ਦਾ ਗਿਆਨ ਦਿੰਦੀ ਹੈ, ਅਕਾਲ ਪੁਰਖ ਦੀ ਸਮਝ ਦਿੰਦੀ ਹੈ। ਹੁਣ ਅਕਾਲ ਪੁਰਖ ਦਾ ਜਿਹੜਾ ਗਿਆਨ ਹੈ ਉਹ ਅਸੀਮ ਹੈ, ਸੀਮਾ ਤੋਂ ਪਰੇ ਹੈ। ਸਾਡੀ ਬੁੱਧੀ ਜਿਹੜੀ ਹੈ ਉਹ ਬਹੁਤ ਛੋਟੀ ਹੈ, ਬਹੁਤ ਤੁੱਛ ਹੈ। ਤਾਂ ਗੁਰੂ ਸਾਹਿਬ ਸਾਨੂੰ ਉਸ ਅਕਾਲ ਪੁਰਖ ਦਾ ਅਸੀਮ ਗਿਆਨ ਦੇਣ ਵਾਸਤੇ ਉਹਨਾਂ ਚੀਜ਼ਾਂ ਦੀਆਂ ਉਦਾਹਰਣਾਂ ਦਿੰਦੇ ਨੇ ਜਿਨ੍ਹਾਂ ਨਾਲ ਸਾਡਾ ਰੋਜ਼ਮर्रा ਵਾਹ ਵਾਸਤਾ ਪੈਂਦਾ। ਸਾਨੂੰ ਅਕਾਲ ਪੁਰਖ ਦੀ ਗੱਲ ਸਮਝਾਉਣ ਵਾਸਤੇ, ਅਕਾਲ ਪੁਰਖ ਦਾ ਗਿਆਨ ਦੇਣ ਵਾਸਤੇ, ਸਾਡੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪਵਾਉਣ ਵਾਸਤੇ ਸਤਿਗੁਰੂ ਜੀ ਉਹਨਾਂ ਚੀਜ਼ਾਂ ਦੀ, ਉਹਨਾਂ ਵਸਤੂਆਂ ਦੀ ਉਦਾਹਰਣ ਦਿੰਦੇ ਨੇ ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਵਾਹ ਵਾਸਤਾ ਪੈਂਦਾ, ਕਿਉਂਕਿ ਉਸ ਤਰ੍ਹਾਂ ਸਾਡੀ ਸਮਝ 'ਚ ਆਉਣਾ ਬਹੁਤ ਮੁਸ਼ਕਲ ਹੈ। ਰੂਹਾਨੀਅਤ ਦਾ ਗਿਆਨ, ਆਤਮਾ ਦਾ ਗਿਆਨ, ਪਰਮਾਤਮਾ ਦਾ ਗਿਆਨ ਸਿੱਧਾ ਸਾਡੀ ਸਮਝ ਦੇ ਵਿੱਚ ਆਉਣਾ ਜਿਹੜਾ ਹੈ ਬਹੁਤ ਮੁਸ਼ਕਲ ਹੈ। ਉਹ ਆ ਨਹੀਂ ਸਕਦਾ, ਸਾਡੀ ਬੁੱਧੀ ਸਮਝ ਨਹੀਂ ਸਕਦੀ। ਤਾਂ ਸਤਿਗੁਰੂ ਜੀ ਐਗਜ਼ਾਮਪਲਾਂ ਦਿੰਦੇ ਨੇ, ਉਦਾਹਰਣਾਂ ਦਿੰਦੇ ਨੇ। ਜਿਵੇਂ ਬੱਚਾ ਹੁੰਦਾ ਨਾ, ਘਰ ਦੇ ਵਿੱਚ ਰਹਿੰਦਾ। ਹੁਣ ਪੁਰਾਣੇ ਵੇਲਿਆਂ ਦੇ ਵਿੱਚ ਬੱਚਾ ਜਦੋਂ ਘਰ ਦੇ ਵਿਹੜੇ ਦੇ ਵਿੱਚ ਖੇਡਦਾ ਤੇ ਘਰ ਦੇ ਵਿੱਚ ਹੀ ਖੁਰਲੀਆਂ ਦੇ ਉੱਤੇ ਊਠ ਬੰਨੇ ਹੁੰਦੇ, ਇੱਕ ਅੱਧਾ ਊਠ ਰੱਖਿਆ ਹੁੰਦਾ, ਮੱਝਾਂ ਰੱਖੀਆਂ ਹੁੰਦੀਆਂ, ਗਾਵਾਂ ਰੱਖੀਆਂ ਹੁੰਦੀਆਂ। ਬੱਚਾ ਰੋਜ਼ ਉਹਨਾਂ ਨੂੰ ਦੇਖਦਾ। ਬੱਚਾ ਸਾਲ ਦਾ ਹੋ ਗਿਆ, 2 ਸਾਲ ਦਾ ਹੋ ਗਿਆ, 3 ਸਾਲ ਦਾ ਹੋ ਗਿਆ, ਫਿਰ ਅਸੀਂ ਉਸ ਨੂੰ ਪੜ੍ਹਨੇ ਪਾਉਂਦੇ ਹਾਂ, ਸਕੂਲ ਭੇਜਦੇ ਹਾਂ। ਤਾਂ ਸਕੂਲ ਦੇ ਵਿੱਚ ਬੱਚੇ ਨੂੰ ਜਿਹੜੀ ਸਭ ਤੋਂ ਪਹਿਲਾਂ ਚੀਜ਼ ਪੜ੍ਹਾਈ ਜਾਂਦੀ ਹੈ ਉਹ ਹੈ ਕਾਇਦਾ। ਕਾਇਦਾ ਪੜ੍ਹਾਇਆ ਜਾਂਦਾ। ਹੁਣ ਅਧਿਆਪਕ ਨੇ ਬੱਚੇ ਨੂੰ ਊੜੇ ਆੜੇ ਦਾ ਗਿਆਨ ਦੇਣਾ ਜਾਂ ABC ਦਾ ਗਿਆਨ ਦੇਣਾ। ਕੀ ਚੀਜ਼ ਹੈ, ABC ਕੀ ਚੀਜ਼ ਹੈ।
ਫਿਰ ਅਧਿਆਪਕ ਜਿਹੜਾ ਹੈ ਬੱਚੇ ਨੂੰ ਊੜਾ ਆੜਾ ਸਮਝਾਉਣ ਦੇ ਲਈ ਜਾਂ ABC ਸਮਝਾਉਣ ਦੇ ਲਈ ਉਹਦੇ ਅੱਗੇ ਕਾਇਦਾ ਰੱਖਦਾ ਹੈ। ਹੁਣ ਕਾਇਦੇ ਦੇ ਵਿੱਚ ਊਠ ਦੀ ਤਸਵੀਰ ਬਣੀ ਹੁੰਦੀ ਹੈ, ਤਾਂ ਬੱਚਾ ਜਿਹੜਾ ਹੈ ਉਹਨੇ ਊਠ ਦੇਖਿਆ ਹੁੰਦਾ ਹੈ। ਚਲੋ ਅੱਜ ਕੱਲ੍ਹ ਦੇ ਬੱਚੇ ਤਾਂ ਗੁਰੂ ਪਿਆਰਿਓ ਜਿਹੜੇ ਹੈ ਉਹ ਨਹੀਂ ਊਠ ਦੇਖਦੇ ਛੋਟੀ ਉਮਰੇ, ਕਿਉਂਕਿ ਅੱਜ ਕੱਲ੍ਹ ਜਾਨਵਰਾਂ ਤੋਂ ਘੱਟ ਕੰਮ ਲਿਆ ਜਾਂਦਾ ਹੈ, ਮਸ਼ੀਨਰੀ ਆ ਗਈ ਹੈ। ਹੁਣ ਬੱਚੇ ਨੇ ਊਠ ਦੇਖਿਆ ਤੇ ਊਠ ਦੀ ਤਸਵੀਰ ਦਿਖਾ ਕੇ ਅਧਿਆਪਕ ਜਿਹੜਾ ਹੈ ਉਸ ਬੱਚੇ ਨੂੰ ਊੜੇ ਦਾ ਗਿਆਨ ਦਿੰਦਾ ਹੈ। ਫਿਰ ਬੱਚੇ ਨੂੰ ਅੱਖ ਦਿਖਾਈ ਜਾਂਦੀ ਹੈ, ਅੱਖ ਦੀ ਤਸਵੀਰ ਦਿਖਾਈ ਜਾਂਦੀ ਹੈ। ਹੁਣ ਬੱਚੇ ਨੂੰ ਅੱਖ ਦਾ ਵੀ ਪਤਾ ਹੈ, ਕਿਉਂਕਿ ਮਾਂ-ਬਾਪ ਨੇ ਛੋਟੇ ਘਰੇ ਹੁੰਦਿਆਂ ਘਰੇ ਉਹਨੂੰ ਦੱਸਿਆ ਹੁੰਦਾ ਵੀ ਆਹ ਅੱਖ ਹੈ, ਆਹ ਨੱਕ ਹੈ, ਆਹ ਕੰਨ ਹੈ। ਫਿਰ ਅੱਖ ਦੀ ਤਸਵੀਰ ਦਿਖਾ ਕੇ ਬੱਚੇ ਨੂੰ ਆੜੇ ਦਾ ਗਿਆਨ ਕਰਵਾਇਆ ਜਾਂਦਾ ਹੈ। ਇੱਟ ਦੀ ਤਸਵੀਰ ਦਿਖਾ ਕੇ ਈੜੀ ਦਾ ਗਿਆਨ ਕਰਾਇਆ ਜਾਂਦਾ ਹੈ। ਇਸੇ ਤਰ੍ਹਾਂ ਸੇਬ ਐਪਲ ਦੀ ਤਸਵੀਰ ਦਿਖਾ ਕੇ ਬੱਚੇ ਨੂੰ ਏ ਦਾ ਗਿਆਨ ਕਰਾਇਆ ਜਾਂਦਾ ਹੈ। ਬਾਲ ਦੀ ਤਸਵੀਰ ਦਿਖਾ ਕੇ ਬੱਚੇ ਨੂੰ ਬੀ ਦਾ ਗਿਆਨ ਕਰਾਇਆ ਜਾਂਦਾ ਹੈ। ਤਾਂ ਤਸਵੀਰਾਂ ਦੇ ਮਾਧਿਅਮ ਦੇ ਰਾਹੀਂ ਬੱਚਾ ਜਿਹੜਾ ਹੈ ਉਹ ਅੱਖਰ ਗਿਆਨ ਹਾਸਲ ਕਰਦਾ ਹੈ। ਤੇ ਤਸਵੀਰਾਂ ਉਹਨਾਂ ਦੀਆਂ ਜਿਹੜਾ ਬੱਚਾ ਆਪਣੇ ਘਰ ਦੇ ਵਿੱਚ ਦੇਖਦਾ ਹੈ, ਜਿਸ ਨੂੰ ਬੱਚੇ ਨੇ ਆਪਣੇ ਘਰ ਦੇ ਵਿੱਚ ਦੇਖਿਆ ਹੁੰਦਾ ਹੈ ਜਾਂ ਬਾਹਰ ਦੇਖਿਆ ਹੁੰਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਅਕਾਲ ਪੁਰਖ ਦਾ ਗਿਆਨ ਸਮਝਾਉਣਾ ਚਾਹੁੰਦੇ ਆ। ਸਿੱਧਾ ਹੀ ਅਕਾਲ ਪੁਰਖ ਦਾ ਗਿਆਨ ਸਾਡੀ ਸਮਝ ਕਿਵੇਂ ਆਵੇ, ਤਾਂ ਸਤਿਗੁਰਾਂ ਨੇ ਉਦਾਹਰਣਾਂ ਦਿੱਤੀਆਂ ਨੇ ਸਮਾਜ ਦੇ ਵਿੱਚੋਂ, ਸੰਸਾਰ ਦੇ ਵਿੱਚੋਂ। ਹੁਣ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਤੀ ਪਤਨੀ ਦਾ ਰਿਸ਼ਤਾ ਹੈ। ਦੁਨੀਆ ਦੇ ਹਰ ਸਮਾਜ ਦੇ ਅੰਦਰ ਹੈ, ਹਰ ਮਜ਼ਹਬ ਦੇ ਅੰਦਰ ਹੈ, ਹਰ ਧਰਮ ਦੇ ਅੰਦਰ ਹੈ। ਚਾਹੇ ਹਿੰਦੂ ਨੇ, ਚਾਹੇ ਉਹ ਬੋਧੀ ਨੇ, ਜੈਨੀ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ, ਆਸਤਕ ਹੈ, ਨਾਸਤਕ ਹੈ, ਹਰ ਦੇ ਅੰਦਰ ਹੀ ਸਮਾਜ ਦੇ ਵਿੱਚ ਇੱਕ ਰਿਸ਼ਤਾ ਹੈ ਜਿਹਨੂੰ ਅਸੀਂ ਕਹਿੰਦੇ ਪਤੀ ਪਤਨੀ ਦਾ ਰਿਸ਼ਤਾ। ਹੁਣ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੈ ਉਹ ਅਸੀਂ ਸਮਾਜ ਦੇ ਲੋਕ ਹੰਡਾਉਂਦੇ ਆ ਜਾਂ ਕਿਸੇ ਨੂੰ ਹੰਡਾਉਂਦਿਆਂ ਵੇਖਦੇ ਆ। ਤੇ ਸਤਿਗੁਰੂ ਜੀ ਸਾਨੂੰ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਜਿਹੜਾ ਰਿਸ਼ਤਾ ਹੈ ਜਾਂ ਜੋ ਹੋਣਾ ਚਾਹੀਦਾ ਹੈ ਉਹਦੀ ਗੱਲ ਸਮਝਾਉਣੀ ਹੈ। ਹੁਣ ਕਿਵੇਂ ਸਮਝਾਉਣ? ਵਾਹਿਗੁਰੂ ਅਤੇ ਆਤਮਾ ਜਿਹੜੀ ਹੈ ਸਾਡੇ ਸਰੀਰ ਦੇ ਅੰਦਰ ਰਮੀ ਹੋਈ, ਉਹਦੀ ਗੱਲ ਸਮਝਾਉਣੀ ਹੈ ਸਤਿਗੁਰਾਂ ਨੇ। ਕਿਵੇਂ ਸਮਝਾਉਣ? ਤਾਂ ਸਤਿਗੁਰਾਂ ਨੇ ਫਿਰ ਪਤੀ ਪਤਨੀ ਦੇ ਰਿਸ਼ਤੇ ਦੀ ਜਿਹੜੀ ਹੈ ਉਦਾਹਰਣ ਜਿਹੜੀ ਹੈ ਉਹ ਸਾਡੇ ਸਾਹਮਣੇ ਰੱਖੀ ਹੈ। ਕਿਉਂਕਿ ਪਤੀ ਪਤਨੀ ਦੇ ਰਿਸ਼ਤੇ ਨੂੰ ਅਸੀਂ ਹੱਡੀ ਹੰਡਾਉਂਦੇ ਆ ਜਾਂ ਕਿਸੇ ਨੂੰ ਹੱਡੀ ਹੰਡਾਉਂਦਿਆਂ ਵੇਖਦੇ ਆ, ਜਾਂ ਕਿਸੇ ਨੂੰ ਹੱਡੀ ਹੰਡਾਇਆ ਵੇਖਦੇ ਆ, ਜਾਂ ਅਸੀਂ ਹੱਡੀ ਹੰਡਾਉਂਦਿਆਂ ਘਰ ਪਰਿਵਾਰ ਸਮਾਜ ਦੇ ਅੰਦਰ ਉਹ ਦੇਖਦੇ ਆ, ਜਾਂ ਅਸੀਂ ਖੁਦ ਹੰਡਾਉਂਦੇ ਆ। ਤਾਂ ਕੀ ਦੇਖਦੇ ਆ ਸਮਾਜ ਦੇ ਅੰਦਰ? ਸਮਾਜ ਦੇ ਅੰਦਰ ਦੇਖਦੇ ਆ ਕਿ ਇੱਕ ਇਸਤਰੀ ਜਿਹੜੀ ਹੈ ਉਹ ਸ਼ਿੰਗਾਰ ਕਰਦੀ ਹੈ। ਇਹ ਨਹੀਂ ਕੇਵਲ ਇੱਕ ਮਜ਼ਹਬ ਜਾਂ ਇੱਕ ਦੇਸ਼ ਦੇ ਅੰਦਰ, ਦੁਨੀਆ ਦੇ ਹਰ ਕੋਨੇ ਦੇ ਅੰਦਰ, ਖਾਸ ਤੌਰ ਤੇ ਸਾਡੇ ਹਿੰਦੁਸਤਾਨ ਦੇ ਅੰਦਰ, ਭਾਰਤ ਦੇ ਅੰਦਰ, ਹਰ ਸਮਾਜ ਦੇ ਅੰਦਰ ਇਸਤਰੀ ਜਿਹੜੀ ਹੈ ਉਹ ਆਪਣੇ ਪਤੀ ਨੂੰ ਪ੍ਰਸੰਨ ਕਰਨ ਦੇ ਲਈ ਸੋਹਣਾ ਬਣਨ ਦਾ ਯਤਨ ਕਰਦੀ ਹੈ, ਸ਼ਿੰਗਾਰ ਕਰਦੀ ਹੈ। ਤੇ ਸਤਿਗੁਰੂ ਜੀ ਇਸੇ ਚੀਜ਼ ਦੀ ਉਦਾਹਰਣ ਦੇ ਕੇ ਸਾਨੂੰ ਗੁਰੂ ਪਿਆਰਿਓ ਅਕਾਲ ਪੁਰਖ ਤੇ ਆਤਮਾ ਦੇ ਰਿਸ਼ਤੇ ਦੀ ਗੱਲ ਸਮਝਾਉਂਦੇ ਨੇ। ਕੀ ਕਹਿੰਦੇ ਨੇ ਪਹਿਲੀ ਪੰਕਤੀ 'ਚ, ਉਹ ਧਿਆਨ ਦੇ ਨਾਲ ਸੁਣਨਾ ਗੁਰੂ ਪਿਆਰਿਓ। ਸਭ ਤੋਂ ਪਹਿਲਾ ਸਰਲੇਖ ਹੈ ਸ਼ਲੋਕ ਮਹੱਲਾ ਤੀਜਾ। ਸ਼ਲੋਕ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸ਼ਲੋਕ ਦੀ ਪਹਿਲੀ ਪੰਕਤੀ 'ਚ ਕੀ ਕਹਿੰਦੇ ਨੇ? ਕਹਿੰਦੇ ਕਾਮਣ ਤਾਉ ਸਿੰਗਾਰ ਕਰ। ਕਾਮਣ ਦਾ ਅਰਥ ਹੈ ਗੁਰੂ ਪਿਆਰਿਓ ਇਸਤਰੀ। ਕਾਮਣ ਜਿਹੜਾ ਸ਼ਬਦ ਹੈ ਨਾ, ਕਾਮਣ, ਕੱਕੇ ਨੂੰ ਕੰਨਾ, ਮੰਮਾ, ਨਾਣੇ ਨੂੰ ਸਿਹਾਰੀ,
ਇਹ ਨਾਣੇ ਨੂੰ ਜਿਹੜੀ ਸਿਹਾਰੀ ਹੈ ਇਹਦੇ ਮੂਲਕ ਅੰਕ ਵਜੋਂ ਲੱਗੀ ਹੈ ਕਾਮਣੀ। ਇਹ ਕਾਮਣੀ ਜਿਹੜਾ ਹੈ ਉਹ ਇਸਤਰੀ ਨੂੰ ਕਿਹਾ ਜਾਂਦਾ ਹੈ, ਔਰਤ ਨੂੰ ਕਿਹਾ ਜਾਂਦਾ ਹੈ। ਤਾਂ ਮਹਾਰਾਜ ਇੱਥੇ ਔਰਤ ਨੂੰ ਸੰਬੋਧਨ ਕਰਦੇ ਨੇ, ਇਸਤਰੀ ਨੂੰ ਸੰਬੋਧਨ ਕਰਦੇ ਨੇ। ਪਰ ਕਿਹੜੀ ਇਸਤਰੀ ਨੂੰ ਸੰਬੋਧਨ ਕਰਦੇ ਨੇ? ਇਹ ਔਰਤ ਇਸਤਰੀ ਨੂੰ ਸੰਬੋਧਨ ਨਹੀਂ ਕਰਦੇ ਸਤਿਗੁਰੂ ਜੀ, ਇਹ ਆਤਮਾ ਨੂੰ ਸੰਬੋਧਨ ਕਰਦੇ ਨੇ, ਆਤਮਾ ਨੂੰ ਸੰਬੋਧਨ ਕਰਦੇ ਨੇ। ਇਸਤਰੀ ਦੀ ਉਦਾਹਰਣ ਸਾਡੇ ਸਾਹਮਣੇ ਰੱਖੀ ਹੈ ਤਾਂ ਕਿ ਅਸੀਂ ਸੌਖੇ ਢੰਗ ਦੇ ਨਾਲ ਗੱਲ ਨੂੰ ਸਮਝ ਸਕੀਏ। ਕਹਿੰਦੇ ਕਾਮਣ ਤਉ ਸਿੰਗਾਰ ਕਰ, ਕਰ ਦੇ ਰਾਰੇ ਨੂੰ ਸਿਹਾਰੀ ਹੈ, ਕਰਿਆ ਕਰ। ਕਹਿੰਦੇ ਹੇ ਇਸਤਰੀ ਸਿੰਗਾਰ ਜਿਹੜਾ ਹੈ ਇਹ ਤਾਂ ਕਰਿਆ ਕਰ, ਸਿੰਗਾਰ ਕਰਦੀ ਹੈ ਨਾ ਤੂੰ, ਇਹ ਸਿੰਗਾਰ ਤਾਂ ਕਰਿਆ ਕਰ ਜਾਂ ਪਹਿਲਾਂ ਕੰਤ ਮਨਾਏ, ਪਹਿਲਾਂ ਜਿਹੜਾ ਹੈ ਉਹ ਆਪਣੇ ਪਤੀ ਨੂੰ ਮਨਾ, ਪਤੀ ਨੂੰ ਪ੍ਰਸੰਨ ਕਰ, ਪਤੀ ਨੂੰ ਖੁਸ਼ ਕਰ, ਫੇਰ ਸਿੰਗਾਰ ਕਰ। ਹੁਣ ਗੁਰੂ ਪਿਆਰਿਓ, ਆਤਮਾ ਜਿਹੜੀ ਹੈ ਕਿਹੜਾ ਸਿੰਗਾਰ ਕਰਦੀ ਹੈ ਜਾਂ ਮਨੁੱਖ ਕਿਹੜਾ ਸਿੰਗਾਰ ਕਰਦਾ ਹੈ? ਪ੍ਰਮਾਤਮਾ ਦੀ ਖੁਸ਼ੀ ਲੈਣ ਵਾਸਤੇ। ਚਲੋ ਇਸਤਰੀ ਤਾਂ ਮੰਨ ਲਿਆ ਕਿ ਸਿੰਗਾਰ ਕਰਦੀ ਹੈ ਆਪਣੇ ਪਤੀ ਦੀ ਪ੍ਰਸੰਨਤਾ ਲਈ, ਲੇਕਿਨ ਆਤਮਾ ਕਿਹੜਾ ਸਿੰਗਾਰ ਕਰਦੀ ਹੈ? ਸਰੀਰ ਕਿਹੜਾ ਸਿੰਗਾਰ ਕਰਦਾ ਹੈ? ਸੰਸਾਰ ਦੇ ਵਿੱਚ ਧਰਮ ਦੀ ਦੁਨੀਆ ਦੇ ਅੰਦਰ ਰੱਬ ਨੂੰ ਪਾਉਣ ਵਾਸਤੇ, ਵਾਹਿਗੁਰੂ ਨੂੰ ਪਾਉਣ ਵਾਸਤੇ ਮਨੁੱਖ ਵੀ ਗੁਰੂ ਪਿਆਰਿਓ ਸਿੰਗਾਰ ਕਰਦੇ ਆ। ਧਾਰਮਿਕ ਭੇਖ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਧਾਰਮਿਕ ਭੇਖ, ਧਾਰਮਿਕ ਭੇਖ ਧਾਰਨ ਕਰਦੇ ਆ। ਹੁਣ ਧਾਰਮਿਕ ਭੇਖ ਦਾ ਸਤਿਗੁਰੂ ਜੀ ਖੰਡਨ ਨਹੀਂ ਕਰ ਰਹੇ। ਸਤਿਗੁਰੂ ਜੀ ਇਹ ਸਮਝਾ ਰਹੇ ਹੈ ਕਿ ਧਾਰਮਿਕ ਭੇਖ ਜਿਹੜਾ ਹੈ ਉਹ ਤਾਂ ਸਾਰਥਕ ਹੈ ਜੇ ਵਾਹਿਗੁਰੂ ਦੀ ਖੁਸ਼ੀ ਹੈ ਤੁਹਾਡੇ ਤੇ ਜੇ ਵਾਹਿਗੁਰੂ ਖੁਸ਼ ਨਹੀਂ ਹੈ, ਵਾਹਿਗੁਰੂ ਖੁਸ਼ ਨਹੀਂ ਹੈ, ਵਾਹਿਗੁਰੂ ਪ੍ਰਸੰਨ ਹੈ ਨਹੀਂ ਹੈ, ਵਾਹਿਗੁਰੂ ਨੇ ਤੁਹਾਡੇ ਤੋਂ ਮੁੱਖ ਮੋੜਿਆ ਹੋਇਆ ਹੈ, ਤੁਹਾਨੂੰ ਛੱਡਿਆ ਹੋਇਆ ਹੈ, ਤੇ ਫਿਰ ਇਸ ਧਾਰਮਿਕ ਭੇਖ ਦਾ ਕੀ ਮਾਇਨਾ, ਕੀ ਮਤਲਬ ਹੈ? ਕੋਈ ਮਤਲਬ ਨਹੀਂ ਨਾ ਹੈ। ਜੇ ਇਸਤਰੀ ਤੇ ਉਸ ਦੇ ਪਤੀ ਦਾ ਵਿਛੋੜਾ ਪੈ ਚੁੱਕਿਆ, ਫਿਰ ਇਸਤਰੀ ਦੇ ਸਿੰਗਾਰ ਦਾ ਜਿਸ ਤਰ੍ਹਾਂ ਕੋਈ ਮਤਲਬ ਨਹੀਂ ਸਮਝਿਆ ਜਾਂਦਾ, ਉਸੇ ਤਰ੍ਹਾਂ ਜੇ ਅਸੀਂ ਵਾਹਿਗੁਰੂ ਤੋਂ ਹੀ ਟੁੱਟੇ ਹਾਂ, ਪਰਮੇਸ਼ਵਰ ਤੋਂ ਟੁੱਟੇ ਹਾਂ, ਤਾਂ ਸਾਡੇ ਧਾਰਮਿਕ ਭੇਖ ਦਾ ਮਹੱਤਵ ਕੀ ਹੈ? ਕੋਈ ਮਹੱਤਵ ਨਹੀਂ ਹੈ। ਧਾਰਮਿਕ ਭੇਖ ਦਾ ਕੋਈ ਮਹੱਤਵ ਨਹੀਂ ਹੈ। ਕੋਈ ਜਟਾਵਾਂ ਬਣਾਉਂਦਾ ਹੈ, ਕੋਈ ਪਿੰਡੇ ਸਵਾਹ ਮਲਦਾ ਹੈ, ਕੋਈ ਕੰਨਾਂ 'ਚ ਮੁੰਦਰਾਂ ਪਾਉਂਦਾ ਹੈ, ਕੋਈ ਗੁਰੂ ਪਿਆਰਿਓ ਕਿਸੇ ਤਰ੍ਹਾਂ ਦਾ ਲਿਬਾਸ ਪਾਉਂਦਾ ਹੈ, ਕੋਈ ਕਿਸੇ ਤਰ੍ਹਾਂ ਦਾ ਲਿਬਾਸ ਪਾਉਂਦਾ ਹੈ, ਕੋਈ ਕਿਸੇ ਤਰ੍ਹਾਂ ਦਾ ਲਿਬਾਸ ਪਾਉਂਦਾ ਹੈ। ਹੁਣ ਇੱਥੇ ਗੁਰੂ ਪਿਆਰਿਓ ਕੋਈ ਇਹ ਵੀ ਸਵਾਲ ਕਰ ਸਕਦਾ ਹੈ ਵੀ ਤੁਸੀਂ ਵੀ ਤਾਂ ਧਾਰਮਿਕ ਭੇਖ ਧਾਰਨ ਕਰਦੇ ਹੋ, ਚਿੱਟੇ ਚੋਲੇ ਪਾਉਣੇ ਹੋ, ਤਾਂ ਇਹ ਗੁਰੂ ਪਿਆਰਿਓ ਜਿਹੜਾ ਸਾਡਾ ਜਿਹੜਾ ਇਹ ਲਿਬਾਸ ਹੈ ਨਾ, ਪਜਾਮੀ ਪਾ ਲਈ, ਚਿੱਟਾ ਚੋਲਾ ਪਾ ਲਿਆ ਜਾਂ ਚਿੱਟੀ ਪਜਾਮੀ ਪਾ ਲਈ, ਇਹ ਗੁਰੂ ਪਿਆਰਿਓ ਇਹ ਵਰਦੀ ਹੈ ਸਾਡੀ ਪ੍ਰਚਾਰਕ ਸ਼੍ਰੇਣੀ ਦੀ, ਜਿਹਦੇ ਵਿੱਚ ਗ੍ਰੰਥੀ ਵੀ ਆ ਜਾਂਦਾ ਹੈ, ਜਿਹਦੇ 'ਚ ਪ੍ਰਚਾਰਕ ਵੀ ਆ ਜਾਂਦਾ ਹੈ, ਜਿਹਦੇ 'ਚ ਕਥਾਵਾਚਕ ਵੀ ਆ ਜਾਂਦਾ ਹੈ, ਜਿਹਦੇ 'ਚ ਢਾਡੀ ਵੀ ਆ ਜਾਂਦੇ ਨੇ, ਜਿਹਦੇ 'ਚ ਕਵਿਸ਼ਰ ਵੀ ਆ ਜਾਂਦੇ ਨੇ। ਇਹ ਵਰਦੀ ਹੈ ਪ੍ਰਚਾਰਕ ਸ਼੍ਰੇਣੀ ਦੀ, ਇਹ ਕੋਈ ਧਾਰਮਿਕ ਭੇਖ ਨਹੀਂ ਹੈ। ਅਸੀਂ ਵਾਹਿਗੁਰੂ ਨੂੰ ਖੁਸ਼ ਕਰਨ ਦੇ ਲਈ ਨਹੀਂ ਇਹ ਧਾਰਦੇ, ਇਹ ਆਪਣੀ ਪਹਿਚਾਣ ਦੇ ਲਈ ਅਸੀਂ ਧਾਰਨ ਕਰਦੇ ਹਾਂ, ਪਹਿਚਾਣ ਦੇ ਲਈ ਪਾਉਣੇ ਆ, ਤਾਂ ਕਿ ਸੰਸਾਰ ਦੇ ਵਿੱਚ ਸਾਡੀ ਇਸ ਵਰਦੀ ਨੂੰ ਦੇਖ ਕੇ ਲੋਕ ਇਹ ਜਾਣਨ ਕਿ ਇਹ ਪ੍ਰਚਾਰਕ ਸ਼੍ਰੇਣੀ ਨਾਲ ਤਾਲੁਕਾਤ ਰੱਖਣ ਵਾਲੇ ਲੋਕ ਹੈ, ਜਾਂ ਭਾਈ ਇਹ ਇੱਕ ਸੰਸਥਾ ਦੇ ਵਿੱਚ ਵਿਚਰਨ ਵਾਲੇ ਲੋਕ ਹੈ, ਇਹ ਕਿਸੇ ਗੁਰਦੁਆਰਾ ਸਾਹਿਬ ਜਾਂ ਗੁਰਦੁਆਰਾ ਕਮੇਟੀ ਦੇ ਨਾਲ ਤਾਲੁਕਾਤ ਰੱਖਣ ਵਾਲੇ ਲੋਕ ਹੈ। ਰੱਬ ਨੂੰ ਖੁਸ਼ ਕਰਨ ਵਾਸਤੇ ਜਾਂ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਨਹੀਂ ਧਾਰਦੇ। ਜਿਵੇਂ ਫੌਜ ਦੀ ਵਰਦੀ ਹੈ, ਪੁਲਿਸ ਦੀ ਵਰਦੀ ਹੈ, ਜੇ ਵਰਦੀ ਨਾ ਪਾਈ ਹੋਵੇ ਤੇ ਕਿਵੇਂ ਪਤਾ ਲੱਗੂ ਕਿ ਇਹ ਪੁਲਿਸ ਵਾਲਾ ਹੈ ਜਾਂ ਨਹੀਂ ਪੁਲਿਸ ਵਾਲਾ? ਵਰਦੀ ਤੋਂ ਅਸੀਂ ਪਹਿਚਾਣਦੇ ਹਾਂ ਕਿ ਇਹ ਪੁਲਿਸ ਵਾਲਾ ਹੈ, ਇਹ ਫੌਜੀ ਹੈ। ਜੇ ਮੋਢੇ ਕਹੀ ਰੱਖੀ ਹੈ ਤੇ ਖੇਤ 'ਚ ਕੰਮ ਕਰਦਾ ਸੀ, ਜ਼ਿਮੀਂਦਾਰ ਹੈ ਭਾਈ। ਹੁਣ ਪੈਂਟ ਕੋਟ ਪਾ ਕੇ ਤਾਂ ਖੇਤ 'ਚ ਕੰਮ ਨਹੀਂ ਨਾ ਹੁੰਦਾ। ਤਾਂ ਇਸ ਕਰਕੇ ਇਹ ਇੱਕ ਸਾਡੀ ਜਿਹੜੀ ਹੈ
ਸੰਸਥਾ ਦੀ ਕਹਿ ਲੋ, ਸ਼੍ਰੇਣੀ ਦੀ ਕਹਿ ਲੋ, ਜਮਾਤ ਦੀ ਕਹਿ ਲੋ, ਇਹ ਇੱਕ ਵਰਦੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਕਾਮਣ ਤਉ ਸਿੰਗਾਰ ਕਰ। ਹੇ ਇਸਤਰੀ, ਤੂੰ ਸਿੰਗਾਰ ਤਾਂ ਕਰ, ਫੇਰ ਕਰ, ਜਾਂ ਪਹਿਲਾਂ ਕੰਤ ਮਨਾਏ। ਪਹਿਲਾਂ ਆਪਣੇ ਪਤੀ ਨੂੰ ਰਾਜ਼ੀ ਕਰ, ਪਰਮੇਸ਼ਵਰ ਨੂੰ ਰਾਜ਼ੀ ਕਰ, ਵਾਹਿਗੁਰੂ ਨੂੰ ਰਾਜ਼ੀ ਕਰ, ਫੇਰ ਕਹਿੰਦੇ ਇਹ ਭੇਖ ਧਾਰਨ ਕਰੀ, ਫੇਰ ਇਹ ਪਹਿਰਾਵਾ ਧਾਰਨ ਕਰੀ ਜਿਹੜਾ ਧਰਮ ਦੇ ਨਾਲ ਸੰਬੰਧਿਤ ਤੁਸੀਂ ਮੰਨਦੇ ਹੋ, ਫਿਰ ਇਹ ਭੇਖ ਧਾਰਨ ਕਰੀ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਨੇ। ਅੱਗੇ ਦੱਸਦੇ ਨੇ, ਮਤ ਸਿਜੈ ਕੰਤ ਨ ਆਵਈ, ਏਵੈ ਬਿਰਥਾ ਜਾਏ। ਕਿਤੇ ਇਹ ਨਾ ਹੋਵੇ। ਦੇਖੋ ਕਿੰਨੀ ਖੂਬਸੂਰਤ ਗੱਲ ਕਹੀ ਹੈ ਮਹਾਰਾਜ ਨੇ। ਕਹਿੰਦੇ ਕਿਤੇ ਇਹ ਨਾ ਹੋਵੇ, ਮਤ ਸਿਜੈ ਕੰਤ ਨ ਆਵਈ। ਮਤਾ ਕਿਤੇ ਸੇਜ ਦੇ ਉੱਤੇ ਕੰਤ ਜਿਹੜਾ ਹੈ, ਪਤੀ ਜਿਹੜਾ ਹੈ, ਉਹ ਆਵੇ ਹੀ ਨਾ। ਏਵੈ ਬਿਰਥਾ ਜਾਏ, ਫਿਰ ਇਹ ਤੇਰਾ ਸ਼ਿੰਗਾਰ ਜਿਹੜਾ ਹੈ ਨਾ, ਸ਼ਿੰਗਾਰ ਕੀਤਾ, ਇਹ ਐਵੇਂ ਹੀ ਬੇਕਾਰ ਚਲਾ ਜਾਣਾ। ਤੇਰਾ ਜਿਹੜਾ ਸ਼ਿੰਗਾਰ ਹੈ ਇਹ ਐਵੇਂ ਹੀ ਬੇਕਾਰ ਚਲਾ ਜਾਣਾ ਜੇ ਕਹਿੰਦੇ ਸੇਜ ਦੇ ਉੱਤੇ ਪਤੀ ਨਾ ਆਇਆ। ਹੁਣ ਸਮਝਾਉਣਾ ਕੀ ਚਾਹੁੰਦੇ ਨੇ? ਸਮਝਾਉਂਦੇ ਨੇ ਮਹਾਰਾਜ ਕਿ ਜੇ ਤੇਰੇ ਹਿਰਦੇ ਰੂਪੀ ਸੇਜ ਦੇ ਵਿੱਚ ਵਾਹਿਗੁਰੂ ਨਹੀਂ ਹੈ ਤੇ ਫਿਰ ਤੇਰਾ ਧਾਰਮਿਕ ਭੇਖ ਧਾਰਿਆ ਜਿਹੜਾ ਹੈ ਉਹ ਐਵੇਂ ਹੀ ਬੇਕਾਰ ਚਲਾ ਜਾਣਾ। ਪੁਰਖਾ ਐਵੇਂ ਹੀ ਬੇਕਾਰ ਚਲਾ ਜਾਣਾ। ਹੁਣ ਵਾਹਿਗੁਰੂ ਦਾ ਪਿਆਰ ਨਹੀਂ ਹੈ, ਵਾਹਿਗੁਰੂ ਤੇ ਵਿਸ਼ਵਾਸ ਨਹੀਂ ਹੈ, ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਹੈ, ਵਾਹਿਗੁਰੂ ਤੇ ਸ਼ਰਧਾ ਨਹੀਂ ਹੈ, ਤੇ ਕੋਈ ਜਿੰਨਾ ਮਰਜ਼ੀ ਭੇਖ ਧਾਰ ਕੇ ਬੈਠਾ ਹੋਵੇ, ਕੀ ਉਹ ਵਾਹਿਗੁਰੂ ਨੂੰ ਪਾ ਸਕਦਾ? ਕੀ ਉਹ ਪ੍ਰਮਾਤਮਾ ਨੂੰ ਪਾ ਸਕਦਾ? ਇਸਤਰੀ ਗੁਰੂ ਪਿਆਰਿਓ ਜਿਹੜਾ ਜਿੰਨਾ ਮਰਜ਼ੀ ਸਿੰਗਾਰ ਕਰ ਲੇ, ਜੇ ਉਹਦੀ ਪਤੀ ਨਾਲ ਬਣਦੀ ਨਹੀਂ ਹੈ, ਸਾਂਝ ਨਹੀਂ ਹੈ, ਤੇ ਫਿਰ ਉਹਦਾ ਮਤਲਬ ਕੀ ਹੈ? ਇਹ ਸਤਿਗੁਰੂ ਜੀ ਸਮਝਾ ਰਹੇ ਨੇ ਗੁਰੂ ਪਿਆਰਿਓ। ਉਦਾਹਰਣ ਬੇਸ਼ੱਕ ਪਤੀ ਤੇ ਪਤਨੀ ਦੀ ਦਿੱਤੀ ਹੈ ਤਾਂ ਕਿ ਅਸੀਂ ਸੌਖੇ ਢੰਗ ਦੇ ਨਾਲ ਸਮਝ ਸਕੀਏ, ਪਰ ਅਸਲ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਹੈ ਕਿ ਧਾਰਮਿਕ ਭੇਖ ਦਾ, ਧਾਰਮਿਕ ਅਡੰਬਰ ਦਾ ਕੋਈ ਮਤਲਬ ਨਹੀਂ ਹੈ ਜੇ ਤੁਹਾਡੀ ਹਿਰਦੇ ਰੂਪੀ ਸੇਜ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਵਰ ਪਤੀ ਨਹੀਂ ਹੈ। ਤਾਂ ਜੇ ਹਿਰਦੇ ਰੂਪੀ ਸੇਜ ਦੇ ਉੱਤੇ ਉਹ ਮਾਲਕ ਪਤੀ ਨਹੀਂ ਹੈ ਤਾਂ ਕਹਿੰਦੇ ਫਿਰ ਤੁਹਾਡੇ ਧਾਰਮਿਕ ਅਡੰਬਰ ਦਾ, ਧਾਰਮਿਕ ਭੇਖ ਦਾ ਕੋਈ ਮਾਇਨਾ ਨਹੀਂ ਹੈ, ਕੋਈ ਮਤਲਬ ਨਹੀਂ। ਜੇ ਗੁਰੂ ਤੇ ਸਾਡਾ ਭਰੋਸਾ ਹੈ, ਗੁਰੂ ਤੇ ਸਾਡਾ ਵਿਸ਼ਵਾਸ ਹੈ, ਗੁਰੂ ਨਾਲ ਸਾਡਾ ਪਿਆਰ ਹੈ, ਤੇ ਫਿਰ ਗੁਰੂ ਪਿਆਰਿਓ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾਉਣਾ, ਪਾਤਸ਼ਾਹ ਦਾ ਪਾਵਨ ਸਰੂਪ ਪ੍ਰਕਾਸ਼ਮਾਨ ਕਰਕੇ, ਇਹ ਸਾਰਾ ਕੁਝ ਠੀਕ ਹੈ। ਤੇ ਜੇ ਗੁਰੂ ਤੇ ਸਾਡਾ ਵਿਸ਼ਵਾਸ ਹੀ ਨਹੀਂ ਹੈ, ਖਿਆਲ ਸਾਡੇ ਜਿਹੜੇ ਨੇ ਉਹ ਨਾਸਤਿਕ ਨੇ, ਨਾ ਸਾਡਾ ਗੁਰੂ ਤੇ ਭਰੋਸਾ ਹੈ, ਨਾ ਸਾਡਾ ਗੁਰੂ ਨਾਲ ਪਿਆਰ ਹੈ, ਨਾ ਸਾਡਾ ਗੁਰੂ ਦੇ ਨਾਲ ਗੁਰੂ ਪਿਆਰਿਓ ਜਿਹੜਾ ਕੋਈ ਸ਼ਰਧਾ ਭਾਵਨਾ ਵਾਲਾ ਰਿਸ਼ਤਾ ਹੈ, ਤੇ ਅਸੀਂ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਕੇ ਖੰਡ ਪਾਠ ਸਾਹਿਬ ਆਰੰਭ ਕਰਾ ਲਿਆ, ਸਹਿਜ ਪਾਠ ਆਰੰਭ ਕਰਾ ਲਿਆ, ਉਹਦਾ ਮਤਲਬ ਕੀ ਹੈ? ਸਿਰਫ ਲੋਕ ਲਾਜ ਨੂੰ ਮੁੱਖ ਰੱਖ ਕੇ ਵੀ ਲੜਕੇ ਦਾ ਵਿਆਹ ਰੱਖਿਆ, ਲੜਕੀ ਦਾ ਵਿਆਹ ਰੱਖਿਆ ਜੀ, ਤਾਂ ਕਰਕੇ ਅਸੀਂ ਕਰਾਉਣੇ, ਕੋਈ ਮਤਲਬ ਨਹੀਂ ਗੁਰੂ ਪਿਆਰਿਓ। ਵਿਸ਼ਵਾਸ ਦਾ ਹੋਣਾ, ਪਿਆਰ ਦਾ ਹੋਣਾ, ਸ਼ਰਧਾ ਦਾ ਹੋਣਾ, ਇਹ ਸਭ ਤੋਂ ਅਹਿਮ ਹੈ। ਵਿਸ਼ਵਾਸ ਦਾ ਹੋਣਾ, ਸ਼ਰਧਾ ਦਾ ਹੋਣਾ, ਪਿਆਰ ਦਾ ਹੋਣਾ, ਇਹ ਸਭ ਤੋਂ ਅਹਿਮ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸੰਸਾਰ ਦੇ ਵਿੱਚ ਪਤੀ ਪਤਨੀ ਦੇ ਰਿਸ਼ਤੇ ਵਿੱਚ ਜੇ ਪਤਨੀ ਦਾ ਪਤੀ ਤੇ ਵਿਸ਼ਵਾਸ ਹੈ, ਪਤੀ ਦਾ ਪਤਨੀ ਤੇ ਵਿਸ਼ਵਾਸ ਹੈ, ਪਤਨੀ ਦਾ ਪਤੀ ਨਾਲ ਪਿਆਰ ਹੈ, ਪਤੀ ਦਾ ਪਤਨੀ ਨਾਲ ਪਿਆਰ ਹੈ, ਪਤਨੀ ਦੀ ਪਤੀ ਤੇ ਭਾਵਨਾ ਹੈ, ਪਤੀ ਦੀ ਪਤਨੀ ਤੇ ਭਾਵਨਾ ਹੈ, ਫਿਰ ਤਾਂ ਠੀਕ ਹੈ ਸਾਰਾ ਕੁਝ। ਤੇ ਜੇ ਕੁਝ ਹੈ ਹੀ ਨਹੀਂ ਹੈ, ਜੇ ਕੁਝ ਹੈ ਹੀ ਨਹੀਂ ਹੈ, ਫਿਰ ਸਿੰਗਾਰ ਦਾ ਕੀ ਮਤਲਬ ਹੈ? ਧਾਰਮਿਕ ਅਡੰਬਰ ਦਾ ਕੀ ਮਤਲਬ ਹੈ? ਧਾਰਮਿਕ ਭੇਖ ਦਾ ਕੀ ਮਤਲਬ ਹੈ? ਧਾਰਮਿਕ ਕਰਮਕਾਂਡ ਦਾ ਕੀ ਮਤਲਬ ਹੈ? ਕੋਈ ਮਤਲਬ ਨਹੀਂ ਹੈ ਗੁਰੂ ਪਿਆਰਿਓ। ਅਸਲ 'ਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਇਹ ਗੱਲ ਸਮਝਾ ਰਹੇ ਨੇ। ਇਸ ਕਰਕੇ ਕਹਿੰਦੇ ਸੇਜੈ ਕੰਤ ਨ ਆਵਈ, ਮਤ ਸੇਜੈ ਕੰਤ ਨ ਆਵਈ। ਮਤਾਂ ਕਿਤੇ ਸੇਜ ਦੇ ਉੱਤੇ, ਹਿਰਦੇ ਦੇ ਵਿੱਚ, ਹੁਣ ਸੇਜ ਕਿਹੜੀ ਹੈ? ਹਿਰਦੇ ਰੂਪੀ ਸੇਜ। ਮਤਾਂ ਹਿਰਦੇ ਰੂਪੀ ਸੇਜ ਦੇ ਵਿੱਚ ਉਹ ਮਾਲਕ ਦਾ ਪਿਆਰ ਹੀ ਨਾ ਆਵੇ ਤਾਂ ਸਿੰਗਾਰ ਜਿਹੜਾ ਹੈ, ਧਾਰਮਿਕ ਅਡੰਬਰ ਜਿਹੜਾ ਹੈ, ਇਵੇਂ ਬਿਰਥਾ ਜਾਏ,
ਐਵੇਂ ਹੀ ਬਿਰਥਾ ਚਲੇ ਜਾਏਗਾ, ਐਵੇਂ ਹੀ ਬੇਕਾਰ ਚਲਾ ਜਾਏਗਾ। ਕਾਮਨ ਫਿਰ ਮਨ ਮਾਨਿਆ ਤੋ ਬਣਿਆ ਸਿਗਾਰ। ਕਾਮਣ ਪਿਰ ਮਨ ਮਾਨਿਆ, ਕਹਿੰਦੇ ਹੇ ਇਸਤਰੀ, ਬੇਸ਼ੱਕ ਗੁਰੂ ਪਿਆਰਿਓ ਸਾਨੂੰ ਲੱਗਦਾ ਕਿ ਦੁਨਿਆਵੀ ਇਸਤਰੀ ਨੂੰ ਕਹਿ ਰਹੇ ਆ, ਪਰ ਅਸਲ ਦੇ ਵਿੱਚ ਜਿੰਦ ਨੂੰ ਕਹਿ ਰਹੇ ਆ, ਜ਼ਿੰਦਗੀ ਨੂੰ ਕਹਿ ਰਹੇ। ਕਹਿੰਦੇ ਕਾਮਣ ਹੇ ਇਸਤਰੀ, ਕਹਿੰਦੇ ਪਿਰ ਮਨ ਮਾਨਿਆ, ਜੇ ਕਹਿੰਦੇ ਉਸ ਪਤੀ ਪਰਮੇਸ਼ਵਰ ਦਾ ਤੁਹਾਡੇ ਤੇ ਮਨ ਪਤੀਜ ਗਿਆ, ਮਨ ਉਹਦਾ ਮੰਨ ਗਿਆ, ਮਨ ਪਤੀਜ ਗਿਆ, ਕਹਿੰਦੇ ਤਉ ਬਣਿਆ ਸਿੰਗਾਰ, ਫੇਰ ਸਮਝ ਲਓ ਕਹਿੰਦੇ ਤੁਹਾਡਾ ਕਹਿੰਦੇ ਸਾਰਾ ਹੀ ਜਿਹੜਾ ਸਿੰਗਾਰ ਹੈ ਨਾ ਉਹ ਬਣ ਗਿਆ, ਸਿੰਗਾਰ ਬਣ ਗਿਆ। ਭਾਵੇਂ ਘੱਟ ਕੀਤਾ ਹੈ, ਭਾਵੇਂ ਵੱਧ ਕੀਤਾ ਹੈ, ਭਾਵੇਂ ਬਿਲਕੁਲ ਹੀ ਨਹੀਂ ਕੀਤਾ, ਸਿੰਪਲ ਹੋ, ਸਾਦੇ ਹੋ, ਸਾਦਗੀ ਨਾਲ ਰਹਿ ਰਹੇ ਹੋ। ਜੇ ਕਹਿੰਦੇ ਪਤੀ ਦਾ ਮਨ ਤੁਹਾਡੇ ਤੇ ਮੰਨ ਗਿਆ, ਮਨ ਪਤੀਜ ਗਿਆ, ਫਿਰ ਕਹਿੰਦੇ ਭਾਈ ਤੁਹਾਨੂੰ ਉਸ ਦੀ ਖੁਸ਼ੀ ਮਿਲਣੀ ਹੈ। ਭਾਵ ਕੀ ਹੈ ਕਿ ਜੇ ਤੁਸੀਂ ਹਰ ਪ੍ਰਕਾਰ ਦੇ ਧਾਰਮਿਕ ਅਡੰਬਰ ਭੇਖ ਤੋਂ ਨਿਆਰੇ ਹੋ, ਤੁਹਾਡਾ ਉਸ ਮਾਲਕ ਵਾਹਿਗੁਰੂ ਦੇ ਮਨ ਨਾਲ ਮਨ ਜਿਹੜਾ ਪਤੀਜ ਗਿਆ ਹੈ, ਜਾਂ ਵਾਹਿਗੁਰੂ ਦੀ ਤੁਹਾਡੇ ਤੇ ਖੁਸ਼ੀ ਆ ਗਈ ਹੈ, ਤੇ ਸਮਝ ਲਓ ਤੁਹਾਡਾ ਤੇ ਉਹਦਾ ਰਿਸ਼ਤਾ ਜਿਹੜਾ ਹੈ ਉਹ ਬਹੁਤ ਮਜ਼ਬੂਤ ਤੇ ਪੱਕਾ ਹੋ ਗਿਆ। ਤੁਹਾਡੇ ਵਿਚਕਾਰ ਦੂਰੀ ਨਹੀਂ ਰਹਿ ਗਈ, ਤੁਹਾਡੇ ਵਿਚਕਾਰ ਵਿੱਥ ਨਹੀਂ ਰਹਿ ਗਈ ਹੈ, ਫਰਕ ਕੋਈ ਨਹੀਂ ਰਹਿ ਗਿਆ। ਤੁਸੀਂ ਦੋਵੇਂ ਇੱਕ ਮਿੱਕ ਜਿਹੜਾ ਹੈ ਉਹ ਹੋ ਗਏ ਹੋ, ਜੇ ਉਹਦਾ ਮਨ ਜਿਹੜਾ ਹੈ ਤੁਹਾਡੇ ਤੇ ਮੰਨ ਗਿਆ। ਅਸੀਂ ਕਹਿੰਦੇ ਹਾਂ ਨਾ, ਮੇਰਾ ਮਨ ਮੰਨ ਗਿਆ, ਮੇਰਾ ਮਨ ਪਤੀਜ ਗਿਆ, ਮੇਰਾ ਮਨ ਪ੍ਰਸੰਨ ਹੋ ਗਿਆ। ਤਾਂ ਸਤਿਗੁਰੂ ਜੀ ਕਹਿੰਦੇ ਜੇ ਭਾਈ ਪਤੀ ਵਾਹਿਗੁਰੂ ਦਾ ਮਨ ਜ਼ਿੰਦਗੀ ਰੂਪੀ ਇਸਤਰੀ ਦੇ ਉੱਤੇ ਪਤੀਜ ਗਿਆ, ਤੇ ਫਿਰ ਕਹਿੰਦੇ ਜ਼ਿੰਦਗੀ ਭਾਵੇਂ ਉਹ ਸਾਦੇ ਢੰਗ ਦੇ ਨਾਲ ਗੁਜ਼ਰ ਬਸਰ ਕਰਦੀ ਹੈ, ਉਸ ਜ਼ਿੰਦਗੀ ਤੇ ਪਰਮਾਤਮਾ ਦੇ ਵਿਚਕਾਰ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਉਹ ਰਿਸ਼ਤਾ ਮਜ਼ਬੂਤ ਹੋ ਗਿਆ ਹੈ, ਉਹ ਰਿਸ਼ਤਾ ਸੋਹਣਾ ਹੋ ਗਿਆ ਹੈ, ਉਹ ਰਿਸ਼ਤਾ ਪਿਆਰਾ ਹੋ ਗਿਆ ਹੈ। ਇਹ ਸਤਿਗੁਰੂ ਜੀ ਸਮਝਾਉਂਦੇ ਨੇ। ਕੀਆ ਤੋ ਪਰਵਾਨ ਹੈ ਜਾ ਸੋ ਧਰੇ ਪਿਆਰ। ਦੇਖੋ ਗੁਰੂ ਪਿਆਰਿਓ, ਇੱਕੋ ਗੱਲ ਨੂੰ ਸਤਿਗੁਰੂ ਜੀ ਬਾਰ-ਬਾਰ ਇਹ ਕਹਿ ਰਹੇ ਨੇ, ਬਾਰ-ਬਾਰ ਕਹਿ ਰਹੇ ਨੇ। ਕਹਿੰਦੇ ਕੀਆ ਤਉ ਪਰਵਾਨ ਹੈ। ਧਿਆਨ ਦੇ ਨਾਲ ਸੁਣਿਓ ਪੰਕਤੀ। ਮਹਾਰਾਜ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਕੀਆ ਤਉ ਪਰਵਾਨ ਹੈ, ਕੀਤਾ ਕਹਿੰਦੇ ਤਾਂ ਪਰਵਾਨ ਹੈ। ਕੀ ਕੀਤਾ ਤਾਂ ਪਰਵਾਨ ਹੈ? ਕਿਹਦੀ ਗੱਲ ਚੱਲਦੀ ਹੈ? ਸਿੰਗਾਰ ਦੀ ਗੱਲ ਚੱਲ ਰਹੀ ਹੈ। ਕੀਆ ਤਉ ਪਰਵਾਨ ਹੈ, ਸ਼ਿੰਗਾਰ ਕੀਤਾ ਤਾਂ ਪਰਵਾਨ ਹੈ। ਜਾਂ ਸਹੁ ਧਰੇ ਪਿਆਰ, ਜੇ ਕਹਿੰਦੇ ਉਹ ਮਾਲਕ ਪਿਆਰ ਵੀ ਕਰਦਾ ਤਾਂ। ਜਾਂ ਸਹੁ, ਸਹੁ ਦਾ ਮਤਲਬ ਹੈ ਵਾਹਿਗੁਰੂ। ਵੈਸੇ ਸਹੁ ਦਾ ਅਰਥ ਹੁੰਦਾ ਪਤੀ, ਤੇ ਪਤੀ ਦਾ ਅਰਥ ਹੁੰਦਾ ਮਾਲਕ। ਦੇਖੋ ਦੋ ਸ਼ਬਦ ਹੈ ਸੰਸਾਰ ਦੇ ਵਿੱਚ, ਇੱਕ ਹੈ ਪਤੀ ਤੇ ਇੱਕ ਹੈ ਪਿਤਾ। ਦੋਨਾਂ ਦਾ ਅਰਥ ਮਾਲਕ ਹੁੰਦਾ। ਉਦਾਂ ਵੱਖਰੇ ਵੱਖਰੇ ਰਿਸ਼ਤੇ ਨੇ ਸਮਾਜ ਦੇ ਅੰਦਰ, ਤਾਂ ਇੱਥੇ ਸਹੁ ਦਾ ਅਰਥ ਹੈ ਪਤੀ ਤੇ ਪਤੀ ਦਾ ਅਰਥ ਹੈ ਮਾਲਕ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹ ਸ਼ਿੰਗਾਰ ਕੀਤਾ ਤਾਂ ਪਰਵਾਨ ਹੈ, ਜਾਂ ਸਹੁ ਧਰੇ ਪਿਆਰ, ਜੇ ਮਾਲਕ ਤੁਹਾਡੇ ਨਾਲ ਪਿਆਰ ਵੀ ਕਰਦਾ, ਪਿਆਰ ਵੀ ਰੱਖਦਾ। ਜੇ ਉਹ ਪਿਆਰ ਹੀ ਨਹੀਂ ਕਰਦਾ ਤੁਹਾਨੂੰ, ਤੇ ਫਿਰ ਇਸ ਸ਼ਿੰਗਾਰ ਦਾ ਕੀ ਮਤਲਬ ਹੈ? ਧਾਰਮਿਕ ਅਡੰਬਰ ਦਾ, ਧਾਰਮਿਕ ਭੇਖ ਦਾ ਕੀ ਮਤਲਬ ਹੈ? ਜੇ ਵਾਹਿਗੁਰੂ ਤੁਹਾਨੂੰ ਚਾਹੁੰਦਾ ਹੀ ਨਹੀਂ ਹੈ ਤਾਂ। ਕਿਉਂ ਨਹੀਂ ਚਾਹੁੰਦਾ? ਕਿਉਂਕਿ ਅਸੀਂ ਪਿਆਰ ਕਿਸੇ ਹੋਰ ਨਾਲ ਪਾਇਆ ਹੋਇਆ। ਕਿਸੇ ਬੰਦੇ ਨੂੰ ਰੱਬ ਮੰਨ ਕੇ ਪੂਜ ਰਹੇ ਹਾਂ, ਕਿਸੇ ਪੱਥਰ ਨੂੰ ਰੱਬ ਮੰਨ ਕੇ ਪੂਜ ਰਹੇ ਹਾਂ, ਕਿਸੇ ਰੁੱਖ ਨੂੰ ਅਸੀਂ ਇਸ਼ਟ ਮੰਨ ਕੇ ਪੂਜ ਰਹੇ ਹਾਂ, ਕਿਸੇ ਜਾਨਵਰ ਨੂੰ ਅਸੀਂ ਇਸ਼ਟ ਮੰਨ ਕੇ ਪੂਜ ਰਹੇ ਹਾਂ, ਤੇ ਫਿਰ ਉਹ ਕਿੱਥੇ ਪਿਆਰ ਕਰੇਗਾ? ਕਿੱਥੇ ਪਿਆਰ ਕਰੇਗਾ? ਜੇ ਅਸੀਂ ਉਸ ਨੂੰ ਛੱਡ ਕੇ ਕਿਸੇ ਦੂਜੇ ਨਾਲ ਸਨੇਹ ਪਾਇਆ ਹੋਇਆ। ਦੂਜਾ ਕੌਣ ਹੈ ਗੁਰੂ ਪਿਆਰਿਓ? ਦੂਜਾ ਹੈ ਸੰਸਾਰ ਦੇ ਵਿੱਚ ਇੱਕ ਅਕਾਲ ਪੁਰਖ ਤੋਂ ਬਿਨਾਂ ਬਾਕੀ ਸਭ ਕੁਝ। ਦੇਖਦੇ ਹੀ ਆ ਨਾ, ਕੋਈ ਬੰਦੇ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਰੁੱਖ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਪੱਥਰ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਜਾਨਵਰ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਪਾਣੀ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ, ਕੋਈ ਅੱਗ ਨੂੰ ਇਸ਼ਟ ਮੰਨ ਕੇ ਪੂਜੀ ਜਾਂਦਾ ਹੈ। ਅੱਗ, ਪਾਣੀ, ਹਵਾ, ਇਹ ਸਭ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹੈ। ਅਸੀਂ ਉਹਦੇ ਪੈਦਾ ਕੀਤਿਆਂ ਹੋਇਆਂ ਨੂੰ ਨਹੀਂ ਮੰਨਣਾ, ਬਲਕਿ ਉਹਨੂੰ ਮੰਨਣਾ ਜਿਹਨੇ ਇਹ ਪੈਦਾ ਕੀਤੇ ਨੇ। ਪਾਣੀ ਨੂੰ ਅਸੀਂ ਨਹੀਂ ਪੂਜਣਾ, ਬਲਕਿ ਉਸ ਨੂੰ ਪੂਜਣਾ ਜਿਹਨੇ ਪਾਣੀ ਪੈਦਾ ਕੀਤਾ ਹੈ।
ਅੱਗ ਦੀ ਪੂਜਾ ਅਸੀਂ ਨਹੀਂ ਕਰਦੇ, ਅੱਗ ਦੀ ਪੂਜਾ ਅਸੀਂ ਨਹੀਂ ਕਰਨੀ, ਅਸੀਂ ਉਹਦੀ ਪੂਜਾ ਕਰਨੀ ਹੈ ਜਿਹਦੇ ਹੁਕਮ 'ਚ ਅੱਗ ਪੈਦਾ ਹੋਈ ਹੈ। ਜਿਹੜਾ ਉਹਨੇ ਪੈਦਾ ਕੀਤਾ ਹੈ ਉਹਨੂੰ ਸੰਭਾਲਣਾ, ਸਾਡੇ ਵਾਸਤੇ ਜਿਹੜਾ ਉਹਨੇ ਪੈਦਾ ਕੀਤਾ ਹੈ ਉਹਨੂੰ ਸੰਭਾਲਣਾ, ਉਹਦਾ ਖਿਆਲ ਰੱਖਣਾ, ਇਹ ਸਾਡਾ ਫਰਜ਼ ਹੈ। ਪਾਣੀ ਦੀ ਸੰਭਾਲ ਕਰਨੀ, ਹਵਾ ਦੀ ਸ਼ੁੱਧਤਾ ਦਾ ਖਿਆਲ ਰੱਖਣਾ, ਧਰਤੀ ਦੀ ਪਾਕੀਜ਼ਤਾ ਦਾ ਖਿਆਲ ਰੱਖਣਾ, ਇਹ ਸਾਡਾ ਫਰਜ਼ ਹੈ। ਪਰ ਧਰਤੀ ਨੂੰ ਰੱਬ ਮੰਨ ਕੇ ਪੂਜਣਾ, ਪਾਣੀ ਨੂੰ ਰੱਬ ਮੰਨ ਕੇ ਪੂਜਣਾ, ਅੱਗ ਨੂੰ ਰੱਬ ਮੰਨ ਕੇ ਪੂਜਣਾ, ਇਹ ਸਿੱਖ ਸਿਧਾਂਤ ਨਹੀਂ ਹੈ, ਸਿੱਖ ਫਲਸਫਾ ਨਹੀਂ ਹੈ। ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਮਾਲਕ ਦਾ ਪਿਆਰ ਹੀ ਨਹੀਂ ਹੈ ਤਾਂ ਫਿਰ ਕਹਿੰਦੇ ਕੀਆ ਕਿਸ ਕੰਮ ਦਾ ਹੈ, ਸਿਗਾਰ ਕਿਸ ਕੰਮ ਦਾ ਹੈ। ਇਹ ਤਾਂ ਪ੍ਰਵਾਨ ਹੈ ਜੇ ਮਾਲਕ ਦਾ ਪਿਆਰ ਹੈ। ਭਉ ਸਿਗਾਰਤ ਬੋਲ ਰਸ, ਭੋਜਨ ਭਾਉ ਕਰੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹੈ ਇਸਤਰੀ, ਕਿਹਨੂੰ ਕਹਿ ਰਹੇ ਆ? ਜਿੰਦ ਨੂੰ। ਜੇ ਤੂੰ ਉਸ ਮਾਲਕ ਦੀ ਖੁਸ਼ੀ ਲੈਣੀ ਹੈ ਨਾ ਤਾਂ ਤੈਨੂੰ ਦੋ ਚੀਜ਼ਾਂ ਦੀ ਲੋੜ ਹੈ। ਦੇਖੋ ਕਿੰਨੀ ਖੂਬਸੂਰਤ ਗੱਲ ਕਹੀ ਹੈ ਧੰਨ ਗੁਰੂ ਅਮਰਦਾਸ ਜੀ। ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੈ ਜੇ ਤੂੰ ਉਹਦੀ ਖੁਸ਼ੀ ਲੈਣੀ ਹੈ। ਸ਼ਿੰਗਾਰ ਜਿੰਨਾ ਮਰਜ਼ੀ ਕਰ, ਇਹਦਾ ਕੋਈ ਫਾਇਦਾ ਨਹੀਂ ਜੇ ਉਹਦੀ ਖੁਸ਼ੀ ਨਹੀਂ ਹੈ। ਤੇ ਜੇ ਉਹਦੀ ਖੁਸ਼ੀ ਲੈਣੀ ਹੈ ਤੇ ਤੈਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੈ। ਪੁੱਛੀਏ ਮਹਾਰਾਜ ਨੂੰ, ਮਹਾਰਾਜ ਉਹ ਦੋ ਚੀਜ਼ਾਂ ਕੀ ਹੈ? ਹੁਣ ਸ਼ਿੰਗਾਰ ਕਰਨ ਵਾਸਤੇ ਕੀ ਕਰਦੀ ਇਸਤਰੀ? ਤੰਬੋਲ, ਪਾਨਾਂ ਦੇ ਬੀੜੇ ਲਾਉਣੇ, 16 ਕਿਸਮ ਦਾ ਸ਼ਿੰਗਾਰ। ਗੁਰੂ ਪਿਆਰਿਓ, ਪੁਰਾਤਨ ਜਿਹੜੇ ਗ੍ਰੰਥ ਹੈ ਨਾ ਭਾਰਤ ਦੇ ਵਿੱਚ, ਉਹਨਾਂ ਦੇ ਵਿੱਚ ਮੰਨੇ ਗਏ ਨੇ 16 ਕਿਸਮ ਦੇ ਸ਼ਿੰਗਾਰ। ਪਾਨਾਂ ਦੇ ਬੀੜੇ ਲਾਉਣੇ ਭਾਵ ਮੂੰਹ ਨੂੰ ਲਾਲ ਕਰਨਾ, ਬੁੱਲਾਂ ਨੂੰ ਲਾਲ ਕਰਨਾ। ਹੋਰ ਗੁਰੂ ਪਿਆਰਿਓ ਜਿਹੜਾ ਕਈ ਕਿਸਮ ਦਾ ਸ਼ਿੰਗਾਰ ਹੈ, ਪਰ ਇੱਥੇ ਤੰਬੋਲ ਦੀ ਗੱਲ ਕੀਤੀ। ਕਹਿੰਦੇ ਦੋ ਚੀਜ਼ਾਂ ਦੀ ਲੋੜ ਹੈ। ਇੱਕ ਤੁਹਾਨੂੰ ਲੋੜ ਹੈ ਭਾਉ ਦੀ, ਭਾਉ, ਤੇ ਇੱਕ ਤੁਹਾਨੂੰ ਲੋੜ ਹੈ ਭਾਉ ਦੀ। ਹੁਣ ਭਾਉ ਦਾ ਅਰਥ ਹੁੰਦਾ ਗੁਰੂ ਪਿਆਰਿਓ ਡਰ, ਅਦਬ, ਤੇ ਭਾਉ ਦਾ ਅਰਥ ਹੁੰਦਾ ਪਿਆਰ। ਦੋ ਲਫ਼ਜ਼ ਹੈ, ਮਾਤਰਾ ਗੁਰੂ ਪਿਆਰਿਓ ਇੱਕ ਦਾ ਹੀ ਫਰਕ ਹੈ ਕੰਨੇ ਦਾ। ਇੱਕ ਭਾਉ ਹੈ, ਇੱਕ ਭਾਉ ਹੈ। ਆਸਾ ਦੀ ਵਾਰ ਦੇ ਵਿੱਚ ਇੱਕ ਪੰਕਤੀ ਦੇ ਵਿੱਚ ਦੋਵੇਂ ਲਫ਼ਜ਼ ਆਉਂਦੇ ਨੇ। ਕਹਿੰਦੇ ਜਿਨ ਮਨ ਭਾਉ ਤਿਨਾ ਮਨ ਭਾਉ। ਇਹਦਾ ਮਤਲਬ ਹੈ ਕਿ ਜਿਨ੍ਹਾਂ ਮਨਾਂ ਦੇ ਵਿੱਚ ਭਾਉ ਹੈ ਉਹਨਾਂ ਮਨਾਂ ਦੇ ਵਿੱਚ ਭਾਉ ਵੀ ਹੈ, ਪਿਆਰ ਵੀ ਹੈ। ਹੁਣ ਡਰ ਗੁਰੂ ਪਿਆਰਿਓ ਦੋ ਤਰ੍ਹਾਂ ਦਾ ਹੈ। ਇੱਕ ਤਾਂ ਦੁਨੀਆ ਦਾ ਡਰ, ਦੁਨੀਆ ਦਾ ਡਰ। ਇੱਕ ਹੁੰਦਾ ਗੁਰੂ ਪਿਆਰਿਓ ਵਾਹਿਗੁਰੂ ਦਾ ਡਰ। ਵਾਹਿਗੁਰੂ ਦਾ ਜਿਹੜਾ ਡਰ ਹੈ ਨਾ ਗੁਰੂ ਪਿਆਰਿਓ, ਉਹ ਇਸ ਤਰ੍ਹਾਂ ਦਾ ਨਹੀਂ ਜਿਵੇਂ ਦੁਨੀਆ ਦਾ ਡਰ ਹੁੰਦਾ ਹੈ। ਵਾਹਿਗੁਰੂ ਦਾ ਜਿਹੜਾ ਡਰ ਹੈ ਇਹ ਸਾਨੂੰ ਅਦਬੀ ਰੱਖਦਾ। ਜਿਵੇਂ ਇੱਕ ਬੱਚੇ ਦੇ ਮਨ ਦੇ ਵਿੱਚ ਆਪਣੇ ਪਿਤਾ ਦਾ ਜਿਹੜਾ ਭੈ ਹੁੰਦਾ ਹੈ ਉਸ ਨੂੰ ਸ੍ਰਿਸ਼ਟਾਚਾਰੀ ਬਣਾਉਂਦਾ। ਸ੍ਰਿਸ਼ਟਾਚਾਰੀ, ਇਹ ਪਤਾ ਹੋਣ ਦੇ ਬਾਵਜੂਦ ਕਿ ਮੇਰੇ ਪਿਤਾ ਨੇ ਮੈਨੂੰ ਵੱਢ ਨਹੀਂ ਦੇਣਾ, ਮੇਰੀਆਂ ਲੱਤਾਂ ਨਹੀਂ ਵੱਢ ਦੇਣੀਆਂ, ਮੇਰੀਆਂ ਬਾਹਾਂ ਨਹੀਂ ਵੱਢ ਦੇਣੀਆਂ, ਲੇਕਿਨ ਫਿਰ ਵੀ ਇੱਕ ਪਿਤਾ ਦਾ ਅਦਬ ਹੁੰਦਾ ਹੈ, ਇੱਕ ਭੈ ਹੁੰਦਾ ਹੈ। ਕੋਈ ਉਹਨੂੰ ਕਹਿੰਦਾ ਯਾਰ ਫਲਾਨੀ ਜਗ੍ਹਾ ਚੱਲੀਏ, ਉਹ ਕਹਿੰਦਾ ਨਹੀਂ ਯਾਰ ਮੇਰੇ ਪਿਤਾ ਨੇ ਮੈਨੂੰ ਜਾਣ ਨਹੀਂ ਦੇਣਾ, ਮੇਰੇ ਪਿਤਾ ਨੇ ਨਹੀਂ ਜਾਣ। ਤੂੰ ਯਾਰ ਨਸ਼ਾ ਕਰ ਲੈ, ਕਹਿੰਦਾ ਨਹੀਂ ਯਾਰ ਮੇਰੇ ਪਿਤਾ ਨੂੰ ਪਤਾ ਲੱਗ ਗਿਆ ਨਾ ਤੇ ਠੀਕ ਨਹੀਂ ਹੋਣਾ, ਉਹਨੂੰ ਚੰਗਾ ਨਹੀਂ ਲੱਗਣਾ। ਤਾਂ ਕੀ ਹੈ? ਇਹ ਡਰ ਹੈ, ਇਹ ਭੈ ਹੈ। ਤੇ ਇੱਕ ਹੁੰਦਾ ਪਿਆਰ। ਦੋਵੇਂ ਚੀਜ਼ਾਂ ਦੀ ਜ਼ਰੂਰਤ ਹੈ। ਵਾਹਿਗੁਰੂ ਦਾ ਭੈ ਵੀ ਹੋਣਾ ਚਾਹੀਦਾ ਹੈ, ਵਾਹਿਗੁਰੂ ਦਾ ਪਿਆਰ ਵੀ ਹੋਣਾ ਚਾਹੀਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਦੋ ਚੀਜ਼ਾਂ ਧਾਰਨ ਕਰ ਲਓ। ਕਾਮਨ ਇਸਤਰੀ ਨੂੰ ਕਹਿ ਰਹੇ ਨੇ ਗੁਰੂ ਪਿਆਰਿਓ, ਕਹਿੰਦੇ ਭਾਉ ਸਿੰਗਾਰ ਤੰਬੋਲ ਰਸ। ਭਾਉ ਸਿੰਗਾਰ ਤੰਬੋਲ ਰਸ। ਕਹਿੰਦੇ ਤੰਬੋਲ ਦਾ ਜਿਹੜਾ ਰਸ ਹੈ ਇਹਨੂੰ ਕਹਿੰਦੇ ਭੈ ਬਣਾ ਲਓ। ਭੋਜਨ ਭਾਉ ਕਰੇ, ਤੇ ਜਿਹੜਾ ਤੁਸੀਂ ਭੋਜਨ ਖਾਂਦੇ ਹੋ ਕਹਿੰਦੇ ਇਹਨੂੰ ਪਿਆਰ ਬਣਾ ਲਓ, ਪਿਆਰ ਸਮਝ ਲਓ। ਭਾਵ ਕੀ ਹੈ ਕਿ ਪਿਆਰ ਦਾ ਭੋਜਨ ਕਰੋ, ਪਿਆਰ ਦਾ ਭੋਜਨ ਛਕੋ, ਤੇ ਭਾਉ ਦਾ ਕਹਿੰਦੇ ਭਾਉ ਦਾ ਸਿੰਗਾਰ ਕਰੋ। ਭਾਉ ਦਾ ਸਿੰਗਾਰ ਕਰੋ, ਤੁਹਾਡੇ ਅੰਦਰ ਭਾਉ ਵੀ ਹੋਵੇ ਤੇ ਭਾਉ ਵੀ ਹੋਵੇ, ਪਿਆਰ ਵੀ ਹੋਵੇ, ਤੇ ਉਸ ਮਾਲਕ ਦਾ, ਉਸ ਵਾਹਿਗੁਰੂ ਦਾ ਅਦਬ ਵੀ ਹੋਵੇ, ਸਤਿਕਾਰ ਵੀ ਹੋਵੇ, ਭੈ ਵੀ ਹੋਵੇ। ਇਹ ਪਾਤਸ਼ਾਹ ਜੀ ਦੱਸਦੇ ਨੇ। ਤਨ ਮਨ ਸੌਂਪੇ ਕੰਤ ਕੋ, ਤੋ ਨਾਨਕ ਭੋਗ ਕਰੇ। ਪੁੱਛੀਏ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਕਹਿੰਦੇ ਮਹਾਰਾਜ ਦੋਵੇਂ ਚੀਜ਼ਾਂ ਨਾਲ ਸਰ ਚੁੱਕਾ। ਜੇ ਅਸੀਂ ਆਪਣੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਭੈ ਲੈ ਆਈਏ
ਜੇ ਅਸੀਂ ਉਸ ਵਾਹਿਗੁਰੂ ਦਾ ਆਪਣੇ ਮਨ ਦੇ ਵਿੱਚ ਪਿਆਰ ਲੈ ਆਈਏ ਫਿਰ ਕਹਿੰਦੇ ਸਰ ਜੂਗਾ ਕਿ ਹੋਰ ਵੀ ਕੁਝ ਚਾਹੀਦਾ ਹੈ? ਮਹਾਰਾਜ ਕਹਿੰਦੇ ਭਾਈ ਇੱਕ ਕੰਮ ਤੁਹਾਨੂੰ ਹੋਰ ਕਰਨਾ ਪੈਣਾ। ਜੇ ਤੁਸੀਂ ਭੈ ਲਿਆਂਦਾ ਨਾ ਮਨ 'ਚ, ਉਹਦਾ ਪਿਆਰ ਵੀ ਲਿਆਂਦਾ ਮਨ 'ਚ, ਫਿਰ ਕਹਿੰਦੇ ਇੱਕ ਕੰਮ ਹੋਰ ਕਰ ਲਿਓ ਛੋਟਾ ਜਿਹਾ। ਕਹਿੰਦੇ ਫਿਰ ਦੇਣਾ ਵੀ ਪੈਣਾ ਕੁਛ। ਉਹਦਾ ਭੈ ਤੁਸੀਂ ਲੈ ਲਿਆ, ਉਹਦਾ ਪਿਆਰ ਤੁਸੀਂ ਲੈ ਲਿਆ, ਤੇ ਤੁਹਾਨੂੰ ਦੇਣਾ ਵੀ ਪੈਣਾ ਕੁਛ। ਮਹਾਰਾਜ ਉਹ ਕੀ ਦੇਣਾ ਪਊਗਾ? ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਤਾਨ ਮਾਨ ਸੌਂਪੇ ਕੰਤ ਕਉ। ਜੇ ਕਹਿੰਦੇ ਕੋਈ ਇਸਤਰੀ, ਕਿਹਨੂੰ ਕਹਿ ਰਹੇ ਆ? ਜਿੰਦ ਨੂੰ। ਕਹਿੰਦੇ ਜੇ ਕੋਈ ਇਸਤਰੀ ਆਪਣਾ ਤਨ ਆਪਣਾ ਮਨ ਸੌਂਪ ਦੇਵੇ, ਕਿਹਨੂੰ ਸੌਂਪ ਦੇਵੇ? ਕਹਿੰਦੇ ਕੰਤ ਕਉ। ਕੰਤ ਨੂੰ, ਕੰਤ ਕੌਣ ਹੈ? ਪਤੀ। ਪਤੀ ਕੌਣ ਹੈ? ਵਾਹਿਗੁਰੂ। ਕਹਿੰਦੇ ਜੇ ਕੋਈ ਇਸਤਰੀ ਆਪਣਾ ਤਨ ਆਪਣਾ ਮਨ ਆਪਣੇ ਪਤੀ ਨੂੰ ਸੌਂਪ ਦੇ, ਪਤੀ ਵਾਹਿਗੁਰੂ ਹੈ, ਆਪਣਾ ਤਨ ਮਨ ਵਾਹਿਗੁਰੂ ਨੂੰ ਸੌਂਪ ਦੇਵੇ, ਫਿਰ ਕੀ ਹੋਊਗਾ? ਕਹਿੰਦੇ ਤਾਉ ਨਾਨਕ ਭੋਗ ਕਰੇ। ਭੋਗ ਦਾ ਮਤਲਬ ਹੁੰਦਾ ਹੈ ਪ੍ਰਵਾਨਗੀ, ਐਕਸੈਪਟ ਕਰਨਾ, ਪ੍ਰਵਾਨ ਕਰਨਾ। ਭੋਗ ਪ੍ਰਵਾਨ ਕਰਨਾ, ਐਕਸੈਪਟ ਕਰਨਾ, ਮਿਲਾਪ। ਕਹਿੰਦੇ ਫੇਰ ਕਹਿੰਦੇ ਵਾਹਿਗੁਰੂ ਜਿਹੜਾ ਹੈ ਉਹ ਮਿਲਾਪ ਕਰ ਲੂਗਾ। ਭਾਵ ਕੀ ਹੈ ਕਿ ਸਾਨੂੰ ਪ੍ਰਵਾਨ ਕਰ ਲੂ, ਸਾਨੂੰ ਕਬੂਲ ਕਰ ਲੂਗਾ। ਜਿਵੇਂ ਇਸਲਾਮ ਦੇ ਵਿੱਚ ਜਦੋਂ ਨਿਕਾਹ ਪੜ੍ਹਿਆ ਜਾਂਦਾ ਹੈ ਤੇ ਔਰਤ ਨੂੰ ਕਿਹਾ ਜਾਂਦਾ ਹੈ, ਲੜਕੀ ਨੂੰ ਕਿਹਾ ਜਾਂਦਾ ਹੈ ਤੈਨੂੰ ਮਨਜ਼ੂਰ ਹੈ? ਉਹ ਕਹਿੰਦੀ ਕਬੂਲ ਹੈ। ਫਿਰ ਐਵੇਂ ਲੜਕੇ ਨੂੰ ਕਿਹਾ ਜਾਂਦਾ ਹੈ ਵੀ ਭਾਈ ਤੇਰਾ ਉਹਦੇ ਨਾਲ ਨਿਕਾਹ ਹੋ ਰਿਹਾ, ਤੈਨੂੰ ਕਬੂਲ ਹੈ? ਉਹ ਕਹਿੰਦਾ ਕਬੂਲ ਹੈ। ਤਾਂ ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਫੇਰ ਉਹ ਵਾਹਿਗੁਰੂ ਤੁਹਾਨੂੰ ਕਬੂਲ ਕਰ ਲੂਗਾ। ਉਹ ਪਤੀ ਵਾਹਿਗੁਰੂ ਤੁਹਾਨੂੰ ਕਬੂਲ ਕਰ ਲੂਗਾ। ਤਾਂ ਉਹ ਨਾਨਕ ਭੋਗ ਕਰੇ। ਤਾਂ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੇ ਕਹਿੰਦੇ ਕੋਈ ਜਿੰਦ ਆਪਣਾ ਤਨ ਮਨ ਵਾਹਿਗੁਰੂ ਨੂੰ ਸੌਂਪ ਦੇਵੇ, ਫਿਰ ਉਹ ਵਾਹਿਗੁਰੂ ਜਿਹੜਾ ਉਹਨੂੰ ਕਬੂਲ ਕਰ ਲੂਗਾ। ਜਿਹੋ ਜੀ ਵੀ ਹੈ ਉਹੋ ਜੀ ਕਬੂਲ ਕਰ ਲੂਗਾ। ਭਾਵ ਚੰਗਾ ਹੈ ਮਾੜਾ ਹੈ ਔਗਣ ਹੈ ਗੁਣ ਹੈ, ਉਹਨੂੰ ਕਬੂਲ ਕਰ ਲੂਗਾ। ਜੇ ਕਹਿੰਦੇ ਕੋਈ ਤਨ ਮਨ ਆਪਣਾ ਮਾਲਕ ਨੂੰ ਦੇ ਦੇਵੇ, ਵਾਹਿਗੁਰੂ ਨੂੰ ਦੇ ਦੇਵੇ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰਿਓ ਦੱਸਦੇ ਨੇ। ਮਹੱਲਾ ਤੀਜਾ। ਕਾਜਲ ਫੂਲ ਤੰਬੋਲ ਰਸ, ਲੈ ਧਨ ਕੀਆ ਸਿਗਾਰ। ਫਿਰ ਗੁਰੂ ਪਿਆਰਿਓ ਜ਼ਿਕਰ ਕਰਦੇ ਨੇ, ਇੱਕ ਮਨਮੁਖ ਦਾ ਜ਼ਿਕਰ ਕਰਦੇ ਨੇ। ਕਹਿੰਦੇ ਮਨਮੁਖ ਜਿਹੜੇ ਹੁੰਦੇ ਆ ਨਾ ਸੰਸਾਰ ਦੇ ਵਿੱਚ, ਮਨਮੁਖ ਬਿਰਤੀਆਂ ਵਾਲੇ ਸੰਸਾਰ ਦੇ ਵਿੱਚ, ਜਾਂ ਕਹਿ ਦਈਏ ਕਿ ਜਿਹੜੀਆਂ ਜ਼ਿੰਦਗੀਆਂ ਮਨਮੁਖ ਬਿਰਤੀਆਂ ਵਾਲੀਆਂ, ਉਹ ਕੀ ਕਰਦੀਆਂ? ਮਹੱਲਾ ਤੀਜਾ, ਤੀਜੇ ਪਾਤਸ਼ਾਹ ਕਹਿੰਦੇ ਨੇ ਕਾਜਲ ਫੂਲ ਤੰਬੋਲ ਰਸ। ਕਾਜਲ ਕਹਿੰਦੇ ਨੇ ਗੁਰੂ ਪਿਆਰਿਓ ਜਿਹੜਾ ਅੱਖਾਂ 'ਚ ਪਾਇਆ ਜਾਂਦਾ ਹੈ, ਸੁਰਮਾ ਜਿਹਨੂੰ ਆਪਾਂ ਕਹਿ ਦਿੰਦੇ। ਤੰਬੋਲ ਰਸ, ਪਾਨਾਂ ਦੇ ਬੀੜਿਆਂ ਦੇ ਰਸ। ਕਹਿੰਦੇ ਕਾਜਲ ਫੂਲ ਤੰਬੋਲ ਰਸ ਤੇ ਫੁੱਲ। ਫੁੱਲ ਵੀ ਸ਼ਿੰਗਾਰ 'ਚ ਇਸਤੇਮਾਲ ਕੀਤੇ ਜਾਂਦੇ ਆ। ਜਿਵੇਂ ਆਪਾਂ ਸਾਊਥ ਇੰਡੀਆ ਦੇ ਵਿੱਚ ਦੇਖਦੇ ਆ ਨਾ, ਇਸਤਰੀਆਂ ਜਿਹੜੀਆਂ ਉਹ ਆਪਣੇ ਜੂੜੇ ਦੇ ਉੱਤੇ ਫੁੱਲਾਂ ਦੀ ਇੱਕ ਮਾਲਾ ਜਿਹੜੀ ਹੁੰਦੀ ਹੈ ਚਿੱਟੀਆਂ ਕਲੀਆਂ ਦੀ ਲਾਉਂਦੀਆਂ ਨੇ। ਫੁੱਲਾਂ ਦਾ ਰਸ ਜਿਹੜਾ ਹੈ ਉਹ ਖੁਸ਼ਬੂ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਤੌਰ ਤੇ ਗੁਲਾਬ ਦਾ ਰਸ। ਤਾਂ ਫੁੱਲ ਵੀ ਜਿਹੜੇ ਉਹ ਸ਼ਿੰਗਾਰ ਦੇ ਵਿੱਚ ਇਸਤੇਮਾਲ ਹੁੰਦੇ ਨੇ। ਕਹਿੰਦੇ ਕਾਜਲ ਫੂਲ ਤੰਬੋਲ ਰਸ, ਲੈ ਧਨ ਕੀਆ ਸਿੰਗਾਰ। ਇੱਥੇ ਧਨ ਦਾ ਅਰਥ ਹੈ ਇਸਤਰੀ। ਕਹਿੰਦੇ ਇਸਤਰੀ ਨੇ ਲੈ ਧਨ ਕੀਆ ਸਿੰਗਾਰ, ਇਸਤਰੀ ਨੇ ਸਿੰਗਾਰ ਕੀਤਾ ਲੈ ਕੇ। ਕੀ ਲੈ ਕੇ ਸਿੰਗਾਰ ਕੀਤਾ? ਕਾਜਲ ਲੈ ਲਈ, ਫੁੱਲ ਲੈ ਲਏ, ਪਾਨਾਂ ਦੇ ਬੀੜੇ ਲੈ ਲਏ, ਤੰਬੋਲ ਲੈ ਲਿਆ। ਇਹ ਕਹਿੰਦੇ ਚੀਜ਼ਾਂ ਲੈ ਕੇ ਇਸਤਰੀ ਨੇ ਸਿੰਗਾਰ ਕਰ ਲਿਆ। ਫਿਰ ਕੀ ਹੋਇਆ? ਮਹਾਰਾਜ ਦੱਸਦੇ ਨੇ ਸਿਜੈ ਕੰਤ ਨ ਆਇਓ, ਏਵੈ ਭਇਆ ਵਿਕਾਰ। ਕਾਹਦੇ ਵਾਸਤੇ ਕੀਤਾ ਇਹ ਸਿੰਗਾਰ? ਕਾਹਦੇ ਵਾਸਤੇ ਕੀਤਾ? ਮਾਲਕ ਦੀ ਖੁਸ਼ੀ ਲੈਣ ਵਾਸਤੇ। ਤੇ ਹੋਇਆ ਕੀ? ਕਹਿੰਦੇ ਸੇਜੈ ਕੰਤ ਨ ਆਇਓ। ਕਹਿੰਦੇ ਉਹ ਮਾਲਕ ਜਿਹੜਾ ਸੀ, ਕੰਤ ਜਿਹੜਾ ਸੀ, ਉਹ ਸੇਜ ਤੇ ਨਹੀਂ ਆਇਆ, ਹਿਰਦੇ 'ਚ ਹੀ ਨਹੀਂ ਆਇਆ, ਮਨ 'ਚ ਹੀ ਨਹੀਂ ਆਇਆ, ਖਿਆਲ ਹੀ ਨਹੀਂ ਉਹਦਾ ਆਇਆ ਮਨ 'ਚ, ਉਹਨੂੰ ਯਾਦ ਹੀ ਨਹੀਂ ਕੀਤਾ, ਉਹਦਾ ਚੇਤਾ ਹੀ ਨਹੀਂ ਆਇਆ। ਏਵੈ ਭਇਆ ਵਿਕਾਰ। ਫਿਰ ਕਹਿੰਦੇ ਉਹ ਸਾਰਾ ਜਿਹੜਾ ਸਿੰਗਾਰ ਸੀ ਕੀਤਾ ਐਵੇਂ ਹੀ ਚਲਾ ਗਿਆ, ਬੇਕਾਰ ਹੀ ਚਲਾ ਗਿਆ। ਭਾਵ ਕੀ ਹੈ ਕਿ ਧਾਰਮਿਕ ਅਡੰਬਰ ਧਾਰਨ ਕਰ ਲਏ, ਭੇਖ ਧਾਰਨ ਕਰ ਲਏ, ਪਰ ਕਹਿੰਦੇ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ, ਉਹਦਾ ਪਿਆਰ ਹੀ ਨਹੀਂ ਆਇਆ ਮਨ 'ਚ, ਕਦੇ ਉਹਦਾ ਖਿਆਲ ਹੀ ਨਹੀਂ ਆਇਆ, ਕਦੇ ਉਹਨੂੰ ਚੇਤੇ ਵੀ ਨਹੀਂ ਕੀਤਾ, ਤੇ ਫਿਰ ਉਹਦਾ ਕੋਈ ਮਤਲਬ ਨਹੀਂ। ਸਾਰੇ ਸਿੰਗਾਰ ਭੇਖ ਐਵੇਂ ਚਲੇ ਜਾਂਦੇ ਨੇ। ਇਹ ਪਾਤਸ਼ਾਹ ਦੱਸਦੇ ਨੇ। ਮਹੱਲਾ ਤੀਜਾ।
ਧਨ ਫਿਰ ਇਹ ਨਾ ਆਖੀਐਨ ਬਹਿਨ ਇਕੱਠੇ ਹੋਏ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਗੁਰੂ ਪਿਆਰਿਓ ਕਹਿੰਦੇ ਨੇ, ਇਹ ਇੱਕ ਸਮਾਜ ਦੇ ਵਿੱਚ ਵੀ ਗੁਰੂ ਪਿਆਰਿਓ ਸਾਨੂੰ ਸੇਧ ਦੇਣ ਵਾਲੀ ਗੱਲ ਹੈ। ਕਹਿੰਦੇ ਧਨ ਪਿਰ, ਧਨ ਦਾ ਇੱਥੇ ਅਰਥ ਹੈ ਇਸਤਰੀ, ਔਰਤ, ਪਤਨੀ, ਤੇ ਪਿਰ ਦਾ ਅਰਥ ਹੈ ਪਤੀ, ਮਾਲਕ। ਕਹਿੰਦੇ ਧਨ ਪਿਰ ਇਹ ਨਾ ਆਖੀਅਨ, ਪਤੀ ਪਤਨੀ ਜਿਹੜੇ ਹੈ ਉਹਨਾਂ ਨੂੰ ਨਹੀਂ ਕਿਹਾ ਜਾਣਾ ਚਾਹੀਦਾ ਬਹਿਨ ਇਕੱਠੇ ਹੋਏ, ਜਿਹੜੇ ਇਕੱਠੇ ਬੈਠਦੇ ਨੇ, ਇਕੱਠੇ ਘਰ 'ਚ ਰਹਿੰਦੇ ਨੇ। ਇਕੱਠੇ ਘਰ ਦੇ ਵਿੱਚ ਰਹਿਣ ਦੇ ਨਾਲ ਹੀ ਕੋਈ ਪਤੀ ਪਤਨੀ ਨਹੀਂ ਬਣ ਜਾਂਦਾ ਜੇ ਖਿਆਲਾਂ ਦੀ ਇੱਕ ਸੁਰਤਾ ਨਾ ਹੋਵੇ, ਜੇ ਵਿਚਾਰਾਂ ਦੀ ਇੱਕ ਸੁਰਤਾ ਨਾ ਹੋਵੇ, ਜੇ ਇੱਕ ਦੂਜੇ ਦੇ ਖਿਆਲਾਂ ਦਾ ਸਤਿਕਾਰ ਨਾ ਹੋਵੇ, ਜੇ ਇੱਕ ਦੂਜੇ ਦੇ ਵਿਚਾਰਾਂ ਦਾ ਮਾਣ ਨਾ ਹੋਵੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ। ਇਵੇਂ ਕਹਿੰਦੇ ਭਾਈ ਪੁਰਖੋ, ਜੀਵ ਆਤਮਾ ਤੇ ਪਰਮਾਤਮਾ, ਜੀਵ ਆਤਮਾ ਤੇ ਪਰਮਾਤਮਾ, ਹੁਣ ਆਤਮਾ ਕਿੱਥੇ ਹੈ? ਸਰੀਰ 'ਚ। ਇਹ ਪਰਮਾਤਮਾ ਕਿੱਥੇ ਹੈ? ਉਹ ਵੀ ਸਰੀਰ 'ਚ। ਦੋਵੇਂ ਇਕੱਠੇ ਹੀ ਹੈ ਨਾ, ਪਰ ਦੋਨੇ ਮਿਲਦੇ ਨਹੀਂ ਹੈ, ਦੋਨਾਂ 'ਚ ਮਿਲਾਪ ਨਹੀਂ ਹੈ, ਹਉਮੈ ਦੀ ਕੰਧ ਹੈ। ਜਿਵੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੀ ਬੋਲ ਹੈ। ਉਹ ਕਹਿੰਦੇ ਭਾਈ ਜੀਵ ਆਤਮਾ ਤੇ ਪਰਮਾਤਮਾ ਹੈ ਦੋਵੇਂ ਇਕੱਠੇ, ਧਨ ਪਿਰ ਕਾ ਇੱਕ ਹੀ ਸੰਗ ਵਾਸਾ। ਮਹਾਰਾਜ ਕਹਿੰਦੇ ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਜੀਵ ਆਤਮਾ ਦਾ ਤੇ ਪਰਮਾਤਮਾ ਦਾ ਇੱਕ ਹੀ ਜਗ੍ਹਾ ਤੇ ਵਾਸ ਹੈ, ਪਰ ਦੋਵੇਂ ਮਿਲਦੇ ਨਹੀਂ। ਵਿੱਚ ਹਉਮੈ ਭੀਤ ਕਰਾਰੀ, ਪਰ ਹਉਮੈ ਦੀ ਵਿਚਕਾਰ ਕੰਧ ਹੈ। ਇਵੇਂ ਕਹਿੰਦੇ ਭਾਈ ਜੇ ਸਮਾਜ ਦੇ ਵਿੱਚ, ਘਰ ਦੇ ਵਿੱਚ ਵੀ ਪਤੀ ਪਤਨੀ ਇਕੱਠੇ ਰਹਿੰਦੇ ਆ ਤੇ ਵਿਚਕਾਰ ਉਹਨਾਂ ਦੇ ਕੰਧ ਹੈ ਹੰਕਾਰ ਦੀ, ਹਉਮੈ ਦੀ, ਇੱਕ ਦੂਜੇ ਦੇ ਖਿਆਲਾਂ ਮਾਨਾਂ ਦਾ ਸਤਿਕਾਰ ਨਹੀਂ ਹੈ, ਤਾਂ ਫਿਰ ਉਹ ਕਹਿੰਦੇ ਕੇਵਲ ਪਤੀ ਪਤਨੀ ਨਹੀਂ ਕਹੇ ਜਾ ਸਕਦੇ। ਇਸੇ ਤਰ੍ਹਾਂ ਜੀਵ ਆਤਮਾ ਤੇ ਪਰਮਾਤਮਾ ਸਰੀਰ ਦੇ ਵਿੱਚ ਇੱਕੋ ਜਗ੍ਹਾ ਤੇ ਹੈ, ਪਰ ਵਿਚਕਾਰ ਹਉਮੈ ਦੀ ਕੰਧ ਹੈ, ਦੋਵੇਂ ਇਕੱਠੇ ਨਹੀਂ ਹੈ। ਫਿਰ ਇਕੱਠੇ ਕਦੋਂ ਹੁੰਦੇ ਆ, ਜਾਂ ਕਦੋਂ ਇਕੱਠੇ ਹੋਣੇ ਚਾਹੀਦੇ ਆ, ਜਾਂ ਕਿਵੇਂ ਇਕੱਠੇ ਕਿਹਾ ਜਾ ਸਕਦਾ ਹੈ? ਮਹਾਰਾਜ ਅਗਲੀ ਪੰਕਤੀ 'ਚ ਦੱਸਦੇ ਨੇ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਕਹਿੰਦੇ ਜਦੋਂ ਜੋਤ ਇੱਕ ਹੋ ਜਾਏ ਦੋਵਾਂ ਦੀ, ਜਦੋਂ ਜੋਤ ਇੱਕ ਹੋ ਜਾਏ, ਏਕ ਜੋਤ ਦੋਏ ਮੂਰਤੀ, ਮੂਰਤਾਂ ਭਾਵੇਂ ਦੋ ਰਹਿ ਜਾਣ ਪਰ ਜੋਤ ਇੱਕ ਹੋ ਜਾਏ, ਸਰੀਰ ਭਾਵੇਂ ਦੋ ਰਹਿ ਜਾਣ ਪਰ ਖਿਆਲ ਇੱਕ ਹੋ ਜਾਏ, ਵਿਚਾਰ ਇੱਕ ਹੋ ਜਾਏ, ਸੋਚ ਇੱਕ ਹੋ ਜਾਏ, ਧਨ ਪਿਰ ਕਹੀਐ ਸੋਏ। ਕਹਿੰਦੇ ਅਸਲ ਦੇ ਵਿੱਚ ਕਹਿੰਦੇ ਪਤੀ ਪਤਨੀ ਉਹਨਾਂ ਨੂੰ ਹੀ ਕਹਿਣਾ ਚਾਹੀਦਾ ਹੈ ਜਿਨ੍ਹਾਂ ਦਾ ਖਿਆਲ ਇੱਕ ਹੋ ਗਿਆ, ਜਿਨ੍ਹਾਂ ਦੀ ਜੋਤ ਇੱਕ ਹੋ ਗਈ ਹੈ, ਜਿਨ੍ਹਾਂ ਦਾ ਵਿਚਾਰ ਇੱਕ ਹੋ ਗਿਆ। ਇਵੇਂ ਗੁਰੂ ਪਿਆਰਿਓ ਅਧਿਆਤਮਕ ਜਗਤ ਦੇ ਅੰਦਰ ਆਤਮਾ ਤੇ ਪਰਮਾਤਮਾ ਜਦੋਂ ਦੋਵੇਂ ਮਿਲ ਕੇ ਇੱਕ ਜੋਤ ਹੋ ਗਏ ਹੈ, ਫਿਰ ਗੁਰੂ ਪਿਆਰਿਓ ਸਮਝ ਲਓ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਹੈ, ਜਿਹਨੂੰ ਅਸੀਂ ਕਹਿੰਦੇ ਨਾ ਜੋਤੀ ਜੋਤ ਰਲੀ, ਉਹ ਗੁਰੂ ਪਿਆਰਿਓ ਅਵਸਥਾ ਜਿਹੜੀ ਹੈ ਉਹ ਹਾਸਲ ਹੋ ਜਾਂਦੀ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਗੁਰੂ ਪਿਆਰਿਓ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਨੇ। ਅੱਗੇ ਦੱਸਦੇ ਨੇ, ਪੌੜੀ ਭੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ। ਦੇਖੋ ਗੁਰੂ ਪਿਆਰਿਓ, ਮਹਾਰਾਜ ਕਹਿੰਦੇ ਨੇ ਜੇ ਵਾਹਿਗੁਰੂ ਨਾਲ ਜੁੜਨਾ ਹੈ ਤੇ ਭਗਤੀ ਕਰਨੀ ਚਾਹੀਦੀ। ਭਗਤੀ ਜਿਹੜੀ ਹੈ ਨਾ ਗੁਰੂ ਪਿਆਰਿਓ, ਵਿਦਵਾਨਾਂ ਨੇ 9 ਤਰ੍ਹਾਂ ਦੀ ਦੱਸੀ ਹੈ, 9 ਤਰ੍ਹਾਂ ਦੀ ਭਗਤੀ। ਜੇ ਅਸੀਂ ਬਾਣੀ ਪੜ੍ਹਦੇ ਹਾਂ ਨਾ, ਇਹ ਵੀ ਭਗਤੀ ਹੈ। ਜੇ ਅਸੀਂ ਮੱਥਾ ਟੇਕਦੇ ਹਾਂ ਗੁਰੂ ਨੂੰ, ਇਹ ਵੀ ਭਗਤੀ ਹੈ। ਅਸੀਂ ਗੁਰੂ ਨੂੰ ਕੁਝ ਅਰਪਣ ਕਰਕੇ, ਕੁਝ ਅਰਪਣ ਕਰਦੇ ਹਾਂ ਨਾ ਜਦੋਂ ਗੁਰੂ ਨੂੰ ਮੱਥਾ ਟੇਕਦੇ ਹਾਂ, ਕੋਈ ਮਾਇਆ ਅਰਪਣ ਕਰਦਾ ਹੈ, ਕੋਈ ਗੁਰੂ ਪਿਆਰਿਓ ਦੁੱਧ, ਕੋਈ ਦਹੀਂ, ਕੋਈ ਦਾਲ, ਕੋਈ ਆਟਾ, ਕੋਈ ਚੌਲ, ਕੋਈ ਕਣਕ ਅਰਪਣ ਕਰਦਾ ਹੈ। ਕਿਹਨੂੰ ਅਰਪਣ ਕਰਦਾ ਹੈ? ਗੁਰੂ ਨੂੰ। ਗੁਰੂ ਦੇ ਨਿਮਿਤ ਅਰਪਣ ਹੁੰਦੀ ਹੈ, ਸਾਡੀ ਜਿਹੜੀ ਭੇਟ ਹੁੰਦੀ ਹੈ। ਤਾਂ ਇਹ ਵੀ ਇੱਕ ਭਗਤੀ ਹੈ, ਇਹ ਵੀ ਇੱਕ ਭਗਤੀ ਹੈ ਜਦੋਂ ਅਸੀਂ ਗੁਰੂ ਨੂੰ ਕੁਝ ਅਰਪਣ ਕਰਕੇ ਗੁਰੂ ਦੇ ਅੱਗੇ ਸੀਸ ਝੁਕਾਉਣੇ ਆ। ਕਥਾ ਸੁਣਨੀ ਕਰਨੀ, ਇਹ ਵੀ ਭਗਤੀ ਹੈ। ਕੀਰਤਨ ਸੁਣਨਾ ਕਰਨਾ, ਇਹ ਵੀ ਭਗਤੀ ਹੈ, ਇਹ ਵੀ ਭਗਤੀ ਹੈ। ਬਾਣੀ ਪੜ੍ਹਨੀ, ਇਹ ਵੀ ਭਗਤੀ ਹੈ। ਬਾਣੀ ਨੂੰ ਵਿਚਾਰਨਾ, ਇਹ ਵੀ ਭਗਤੀ ਹੈ। ਕਿਸੇ ਦਾ ਭਲਾ ਕਰਨਾ, ਭੁੱਖੇ ਨੂੰ ਭੋਜਨ ਛਕਾ ਦੇਣਾ, ਕਿਸੇ ਬਸਤਰ ਹੀੜੇ ਨੂੰ ਬਸਤਰ ਦੇ ਦੇਣੇ, ਕਿਸੇ ਲੋੜਵੰਦ ਬੱਚੇ ਬੱਚੀ ਦੀ ਪੜ੍ਹਾਈ ਦੇ ਲਈ ਕੋਈ ਮਾਇਆ ਦੇ ਦੇਣੀ, ਇਹ ਵੀ ਭਗਤੀ ਹੈ।
ਪਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਭਾਈ ਭਗਤੀ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ, ਪਰ ਜੇ ਕਹਿੰਦੇ ਮਨ ਦੇ ਵਿੱਚ ਉਸ ਮਾਲਕ ਦਾ ਭੈ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਫਿਰ ਕਹਿੰਦੇ ਭਗਤੀ ਦਾ ਕੋਈ ਮਤਲਬ ਨਹੀਂ ਹੈ। ਕਿਉਂ? ਸਤਿਗੁਰੂ ਜੀ ਕਹਿੰਦੇ ਭੈ ਬਿਨ ਭਗਤ ਨਾ ਹੋਵਈ, ਕਿਉਂਕਿ ਕਹਿੰਦੇ ਜੇ ਭੈ ਨਹੀਂ ਨਾ ਹੈ ਉਹਦਾ, ਫਿਰ ਭਗਤੀ ਹੋ ਹੀ ਨਹੀਂ ਸਕਦੀ। ਹੁਣ ਜੇ ਗੁਰੂ ਪਿਆਰਿਓ ਕੋਈ ਵਾਹਿਗੁਰੂ ਨੂੰ ਮੰਨਦਾ ਹੀ ਨਹੀਂ ਹੈ, ਉਹਨੇ ਕਿਤੇ ਕਥਾ ਕੀਰਤਨ ਸੁਣਨਾ, ਉਹਨੇ ਕਿਤੇ ਗੁਰਦੁਆਰੇ ਮੱਥਾ ਟੇਕਣਾ, ਉਹਨੇ ਕਿਤੇ ਗੁਰਦੁਆਰੇ ਗੁਰੂ ਪਿਆਰਿਓ ਗੁਰੂ ਦੇ ਅੱਗੇ ਕੋਈ ਭੇਟ ਅਰਪਣ ਕਰਨੀ ਹੈ, ਉਹ ਤਾਂ ਇਹੋ ਹੀ ਪ੍ਰਚਾਰ ਕਰਦਾ ਵੀ ਦਿਓ ਕੁਛ ਨਾ, ਦਿਓ ਕੁਛ ਨਾ, ਦਿਓ ਕੁਛ ਨਾ। ਅਸੀਂ ਕਿਹਨੂੰ ਦਿੰਨੇ ਆ ਗੁਰੂ ਪਿਆਰਿਓ? ਅਸੀਂ ਗੁਰੂ ਨੂੰ ਦਿੰਨੇ ਆ, ਅਸੀਂ ਗੁਰੂ ਨੂੰ ਦਿੰਨੇ ਆ, ਕਿਸੇ ਹੋਰ ਨੂੰ ਨਹੀਂ। ਹੁਣ ਸਾਡਾ ਗੁਰੂ ਨੂੰ ਦਿੱਤਾ, ਅਗਾਂਹ ਗੁਰੂ ਪਿਆਰਿਓ ਕਿੱਥੇ ਜਾਂਦਾ ਹੈ ਕਿੱਥੇ ਨਹੀਂ ਜਾਂਦਾ ਸਾਨੂੰ ਕੀ ਮਤਲਬ ਹੈ? ਅਸੀਂ ਗੁਰੂ ਨੂੰ ਦੇ ਦਿੱਤਾ ਹੈ। ਜੇ ਕਿਸੇ ਨੇ ਗਲਤ ਇਸਤੇਮਾਲ ਕੀਤਾ ਹੈ, ਆਪਣੇ ਨਿੱਜੀ ਹਿੱਤਾਂ ਲਈ ਇਸਤੇਮਾਲ ਕੀਤਾ, ਤੇ ਉਹ ਭੁਗਤੂਗਾ, ਉਹਨੇ ਭੁਗਤਣਾ। ਤੇ ਜੇ ਕਿਸੇ ਨੇ ਭਲੇ ਲਈ ਅਰਪਣ ਕਰਤਾ, ਸੇਵਾ ਲਈ ਖਰਚ ਕਰਤਾ, ਤੇ ਉਹਦਾ ਫਲ ਉਹਨੂੰ ਮਿਲਣਾ। ਅਸੀਂ ਗੁਰੂ ਨੂੰ ਭੇਟ ਕਰਦੇ ਹਾਂ ਗੁਰੂ ਪਿਆਰਿਓ, ਗੁਰੂ ਨੂੰ ਭੇਟ ਕੀਤੀ ਸਾਡੀ ਮਾਇਆ ਦੀ। ਜੇ ਕੋਈ ਨਜਾਇਜ਼ ਵਰਤੋਂ ਕਰਦਾ ਹੈ ਤੇ ਉਹ ਭੁਗਤੇ, ਅਸੀਂ ਥੋੜੀ ਭੁਗਤਣਾ, ਜਾਂ ਅਸੀਂ ਥੋੜੀ ਭੁਗਤਾਂਗੇ। ਅਸੀਂ ਗੁਰੂ ਨੂੰ ਭੇਟ ਕੀਤਾ, ਗੁਰੂ ਤੋਂ ਖੁਸ਼ੀ ਲੈਣੀ। ਤਾਂ ਜਿਹੜਾ ਗੁਰੂ ਪਿਆਰਿਓ ਉਸ ਮਾਲਕ ਤੇ ਰੱਬ ਤੇ ਭਰੋਸਾ ਨਹੀਂ ਕਰਦਾ, ਜਾਂ ਜਿਹਦਾ ਗੁਰੂ ਨਾਲ ਹੀ ਕੋਈ ਪਿਆਰ ਨਹੀਂ ਹੈ, ਉਹਨੇ ਕੀ ਭਗਤੀ ਕਰਨੀ ਹੈ? ਕਿਹੜਾ ਉਹਨੇ ਪਾਠ ਕਰਨਾ ਹੈ? ਕਿਹੜਾ ਉਹਨੇ ਕੀਰਤਨ ਸੁਣਨਾ ਹੈ? ਕਿਹੜਾ ਉਹਨੇ ਕਥਾ ਸੁਣਨੀ ਹੈ? ਕਿਹੜੇ ਉਹਨੇ ਗੁਰੂ ਪਿਆਰਿਓ ਕੁਝ ਕਰਨਾ ਹੈ? ਉਹਨੇ ਤਾਂ ਕੂੜ ਕਬਾੜ ਗੰਦਮੰਦ ਸੁਣਨਾ ਹੈ, ਤੇ ਸੁਣੀ ਜਾਂਦੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭੈ ਬਿਨ ਭਗਤ ਨਾ ਹੋਵਈ, ਭੈ ਤੋਂ ਬਿਨਾਂ ਕਦੇ ਭਗਤੀ ਨਹੀਂ ਹੁੰਦੀ। ਨਾਮ ਨਾ ਲੱਗੈ ਪਿਆਰ, ਤੇ ਨਾ ਨਾਮ ਦੇ ਨਾਲ ਪਿਆਰ ਲੱਗਦਾ ਹੈ, ਉਹਦੇ ਨਾਮ ਦੇ ਨਾਲ ਵੀ ਪਿਆਰ ਨਹੀਂ ਬਣਦਾ ਗੁਰੂ ਪਿਆਰਿਓ। ਜੇ ਕਹਿੰਦੇ ਮਨ 'ਚ ਭੈ ਨਹੀਂ, ਉਹਦਾ ਅਦਬ ਨਹੀਂ, ਉਹਦਾ ਸਤਿਕਾਰ ਨਹੀਂ ਹੈ। ਤਾਂ ਇਹ ਪਾਤਸ਼ਾਹ ਜੀ ਦੱਸਦੇ ਨੇ, ਸਤਿਗੁਰ ਮਿਲਿਆ ਭਉ ਊਪਜੈ, ਭੈ ਭਾਏ ਰੰਗ ਸਵਾਰ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ, ਮਹਾਰਾਜ ਭੈ ਪੈਦਾ ਕਿੱਥੋਂ ਹੋਊਗਾ? ਭੈ ਕਿਵੇਂ ਮਿਲੂਗਾ ਜਿਹਦੇ ਬਿਨਾਂ ਭਗਤੀ ਨਹੀਂ ਹੋ ਸਕਦੀ? ਤਾਂ ਸਤਿਗੁਰੂ ਜੀ ਕਹਿੰਦੇ ਸਤਿਗੁਰ ਮਿਲਿਆ ਭਉ ਊਪਜੈ। ਦੇਖੋ ਕਿੰਨੀ ਕਮਾਲ ਦੀ ਗੱਲ, ਹਰ ਗੱਲ ਦਾ ਨਾਲੋਂ ਨਾਲ ਹੀ ਗੁਰੂ ਪਿਆਰਿਓ ਸਤਿਗੁਰੂ ਜੀ ਉੱਤਰ ਦੇਈ ਜਾਂਦੇ ਨੇ। ਕਹਿੰਦੇ ਭਾਈ ਸਤਿਗੁਰ ਮਿਲਿਆ ਭਉ ਊਪਜੈ, ਸਤਿਗੁਰੂ ਨੂੰ ਮਿਲਣ ਦੇ ਨਾਲ ਕਹਿੰਦੇ ਭਉ ਪੈਦਾ ਹੁੰਦਾ ਹੈ, ਭਉ ਅਦਬ ਪੈਦਾ ਹੁੰਦਾ ਹੈ, ਸਤਿਕਾਰ ਪੈਦਾ ਹੁੰਦਾ ਹੈ, ਡਰ ਪੈਦਾ ਹੁੰਦਾ ਹੈ। ਫਿਰ ਇੱਕ ਵਾਰੀ ਗੁਰੂ ਪਿਆਰਿਓ ਸਮਝ ਲਈਏ ਕਿ ਡਰ ਉਸ ਤਰ੍ਹਾਂ ਦਾ ਨਹੀਂ ਜਿਵੇਂ ਅਸੀਂ ਦੁਨੀਆ ਤੋਂ ਡਰਦੇ ਹਾਂ, ਮੌਤ ਤੋਂ ਡਰਦੇ ਹਾਂ, ਲੋਕਾਂ ਤੋਂ ਡਰਦੇ ਹਾਂ, ਨਿੰਦਿਆ ਤੋਂ ਡਰਦੇ ਹਾਂ, ਚੁਗਲੀ ਤੋਂ ਡਰਦੇ ਹਾਂ, ਬਦਨਾਮੀ ਤੋਂ ਡਰਦੇ ਹਾਂ, ਕਿਸੇ ਜਰਵਾਣੇ ਤੋਂ ਡਰਦੇ ਹਾਂ, ਤਾਕਤਵਰ ਤੋਂ ਡਰਦੇ ਹਾਂ। ਉਸ ਤਰ੍ਹਾਂ ਦਾ ਡਰ ਨਹੀਂ ਗੁਰੂ ਪਿਆਰਿਓ। ਗੁਰੂ ਦਾ ਜਿਹੜਾ ਭੈ ਹੈ ਜਾਂ ਵਾਹਿਗੁਰੂ ਦਾ ਜਿਹੜਾ ਭੈ ਹੈ, ਇਹ ਹੈ ਅਦਬ। ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਸਤਿਗੁਰ ਮਿਲਿਆ ਭਉ ਊਪਜੈ। ਜੇ ਕੋਈ ਸਤਿਗੁਰੂ ਨੂੰ ਮਿਲੂਗਾ, ਕੋਈ ਗੁਰੂ ਕੋਲ ਜਾਊਗਾ, ਗੁਰੂ ਕੋਲ ਬੈਠੂਗਾ, ਕੋਈ ਗੁਰੂ ਨੂੰ ਸੁਣੂਗਾ, ਫਿਰ ਕਹਿੰਦੇ ਭੈ ਪੈਦਾ ਹੋਊਗਾ। ਭੈ ਭਾਏ ਰੰਗ ਸਵਾਰ। ਤੇ ਜੇ ਗੁਰੂ ਕੋਲੇ ਕੋਈ ਬੈਠਣ ਲੱਗ ਪਿਆ, ਗੁਰੂ ਨੂੰ ਮਿਲ ਗਿਆ, ਫਿਰ ਕਹਿੰਦੇ ਭੈ ਦੇ ਨਾਲ ਤੇ ਪਿਆਰ ਦੇ ਨਾਲ, ਭੈ ਭਾਏ, ਕਹਿੰਦੇ ਭੈ ਦੇ ਨਾਲ ਤੇ ਪਿਆਰ ਦੇ ਨਾਲ, ਕਹਿੰਦੇ ਉਹਦੀ ਜਿਹੜੀ ਆਤਮਾ ਹੈ ਨਾ, ਉਹ ਰੰਗੀ ਜਾਏਗੀ, ਸਵਾਰੀ ਜਾਏਗੀ। ਭੈ ਭਾਏ ਰੰਗ ਸਵਾਰ, ਫਿਰ ਉਹਦੀ ਆਤਮਾ, ਉਹਦੀ ਜ਼ਿੰਦਗੀ ਜਿਹੜੀ ਹੈ ਡਰ ਤੇ ਪਿਆਰ ਦੇ ਨਾਲ ਸਵਾਰੀ ਜਾਏਗੀ, ਰੰਗੀ ਜਾਏਗੀ। ਤਨ ਮਨ ਰਤਾ ਰੰਗ ਸਿਓ, ਹਉਮੈ ਤ੍ਰਿਸ਼ਨਾ ਮਾਰ। ਮਹਾਰਾਜ ਕਹਿੰਦੇ ਨੇ, ਕਹਿੰਦੇ ਹਉਮੈ ਤ੍ਰਿਸ਼ਨਾ ਮਾਰ। ਜਿਹਨੇ ਆਪਦੇ ਅੰਦਰੋਂ ਹਉਮੈ ਮਾਰ ਲਈ, ਤ੍ਰਿਸ਼ਨਾ ਮਾਰ ਲਈ, ਉਹਦਾ ਕਹਿੰਦੇ ਤਨ ਮਨ ਰੱਤਾ ਰੰਗ ਸਿਉ। ਉਹਦਾ ਤਨ ਵੀ ਰੱਤਾ ਗਿਆ, ਉਹਦਾ ਮਨ ਵੀ ਰੱਤਾ ਗਿਆ। ਕਾਹਦੇ ਨਾਲ ਰੱਤਾ ਗਿਆ? ਰੰਗ ਦੇ ਨਾਲ। ਕਿਹੜੇ ਰੰਗ ਦੇ ਨਾਲ? ਇੱਥੇ ਕਿਸੇ ਆ ਦੁਨਿਆਵੀ ਰੰਗਾਂ ਦੀ ਗੱਲ ਨਹੀਂ ਕੀਤੀ ਗੁਰੂ ਪਿਆਰਿਓ, ਵੀ ਲਾਲ ਰੰਗ ਦੇ ਨਾਲ ਰੱਤਾ ਗਿਆ, ਪੀਲੇ ਨਾਲ ਰੱਤਾ ਗਿਆ, ਹਰੇ ਨਾਲ ਰੱਤਾ ਗਿਆ। ਕਿਹੜੇ ਨਾਲ ਮਨ ਰੰਗਿਆ ਗਿਆ? ਕਿਹੜੇ ਨਾਲ ਤਨ ਰੰਗਿਆ ਗਿਆ? ਪਿਆਰ ਦੇ ਰੰਗ ਦੇ ਨਾਲ, ਵਿਸ਼ਵਾਸ ਦੇ ਰੰਗ ਦੇ ਨਾਲ, ਭਗਤੀ ਦੇ ਰੰਗ ਦੇ ਨਾਲ ਮਨ ਵੀ ਰੱਤਾ ਗਿਆ, ਤਨ ਵੀ ਰੱਤਾ ਗਿਆ। ਕਿਹਦਾ ਰੱਤਾ ਗਿਆ? ਜਿਹਨੇ ਆਪਦੇ ਅੰਦਰੋਂ ਹਉਮੈ ਮਾਰ ਲਈ, ਤ੍ਰਿਸ਼ਨਾ ਮਾਰ ਲਈ। ਮਹਾਰਾਜ ਕਹਿੰਦੇ ਤਾਨ ਮਨ ਰੱਤਾ ਰੰਗ ਸਿਉ, ਹਉਮੈ ਤ੍ਰਿਸ਼ਨਾ ਮਾਰ। ਜਿਹਨੇ ਭਾਈ ਆਪਦੀ ਹਉਮੈ ਤੇ ਤ੍ਰਿਸ਼ਨਾ ਮਾਰ ਲਈ,
ਉਹਦਾ ਤਨ ਮਨ ਸਾਰਾ ਕੁਝ ਭਗਤੀ ਭਾਵ ਦੇ ਵਿੱਚ ਰੰਗਿਆ ਗਿਆ। ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਮਨ ਤਨ ਨਿਰਮਲ, ਉਹਦਾ ਮਨ ਵੀ ਨਿਰਮਲ ਹੋ ਗਿਆ। ਹੁਣ ਜਿਹਦਾ ਮਨ ਭਗਤੀ ਰੰਗ ਚ ਰੰਗਿਆ ਗਿਆ, ਤਨ ਭਗਤੀ ਰੰਗ ਚ ਰੰਗਿਆ ਗਿਆ, ਜਾਂ ਮਨ ਪਿਆਰ ਦੇ ਰੰਗ ਚ ਰੰਗਿਆ ਗਿਆ, ਤਨ ਪਿਆਰ ਦੇ ਰੰਗ ਚ ਰੰਗਿਆ ਗਿਆ, ਤਾਂ ਉਹ ਮਨ ਵੀ ਨਿਰਮਲ ਹੋ ਗਿਆ, ਤਨ ਵੀ ਨਿਰਮਲ ਹੋ ਗਿਆ। ਮਨ ਤਨ ਨਿਰਮਲ ਅਤ ਸੋਹਣਾ, ਤੇ ਜਿਹਦਾ ਮਨ ਵੀ ਸਾਫ਼ ਹੈ, ਜਿਹਦਾ ਤਨ ਵੀ ਸਾਫ਼ ਹੈ, ਮਹਾਰਾਜ ਕਹਿੰਦੇ ਭਾਈ ਉਹ ਅਤ ਦਾ ਸੋਹਣਾ ਹੈ, ਉਹ ਸੋਹਣਾ ਹੈ ਕਹਿੰਦੇ। ਤੇ ਐਸੇ ਸੁਹੱਪਣ ਨੂੰ ਵਾਹਿਗੁਰੂ ਪਸੰਦ ਕਰਦਾ ਹੈ। ਇਹ ਦੁਨਿਆਵੀ ਸੁਹੱਪਣ ਵਾਹਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਗੁਰ ਪਿਆਰਿਓ ਕੋਈ ਅਰਥ ਨਹੀਂ ਰੱਖਦਾ ਹੈ। ਕਿਹੜਾ ਸੁਹੱਪਣ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਜਾਂ ਗੁਰੂ ਦੀ ਨਜ਼ਰ ਦੇ ਵਿੱਚ ਗੁਰ ਪਿਆਰਿਓ ਜਿਹੜਾ ਕੰਮ ਕਰਦਾ ਹੈ, ਉਹ ਹੈ ਅੰਤਰ ਆਤਮਾ ਦਾ ਸੁਹੱਪਣ। ਮਨ ਨਿਰਮਲ ਹੋ ਜਾਣਾ, ਤਨ ਨਿਰਮਲ ਹੋ ਜਾਣਾ। ਕਹਿੰਦੇ ਮਨ ਤਨ ਨਿਰਮਲ ਅਤ ਸੋਹਣਾ, ਕਹਿੰਦੇ ਜਿਹਦਾ ਮਨ ਨਿਰਮਲ ਹੋ ਗਿਆ, ਤਨ ਨਿਰਮਲ ਹੋ ਗਿਆ, ਉਹ ਅਤ ਦਰਜੇ ਦਾ ਸੋਹਣਾ ਹੋ ਗਿਆ। ਤੇ ਜਿਹੜਾ ਅਤ ਦਰਜੇ ਦਾ ਮਨੋ ਤਨੋਂ ਪਵਿੱਤਰ ਹੋ ਗਿਆ, ਸੋਹਣਾ ਹੋ ਗਿਆ, ਕਹਿੰਦੇ ਭੇਟਿਆ ਕ੍ਰਿਸ਼ਨ ਮੁਰਾਰ। ਹੁਣ ਲਫ਼ਜ਼ ਆ ਗਿਆ ਕ੍ਰਿਸ਼ਨ, ਲਫ਼ਜ਼ ਆ ਗਿਆ ਮੁਰਾਰ। ਮੁਰਾਰ ਦਾ ਮਤਲਬ ਹੁੰਦਾ ਹੈ ਗੁਰ ਪਿਆਰਿਓ ਜਿਹਨੇ ਮੁਰ ਦਾ ਵੱਧ ਕੀਤਾ, ਮੁਰ ਰਾਖਸ਼ ਨੂੰ ਮਾਰਿਆ। ਤੇ ਕ੍ਰਿਸ਼ਨ, ਕ੍ਰਿਸ਼ਨ ਗੁਰੂ ਪਿਆਰਿਓ ਸਨਾਤਨ ਮਤ ਦੇ ਵਿੱਚ, ਹਿੰਦੂ ਮਤ ਦੇ ਵਿੱਚ ਦੇਵਤੇ ਦਾ ਨਾਮ ਹੈ। ਪਰ ਇੱਥੇ ਕ੍ਰਿਸ਼ਨ ਮੁਰਾਰ ਦਾ ਅਰਥ ਕੀ ਹੈ? ਇੱਥੇ ਕ੍ਰਿਸ਼ਨ ਮੁਰਾਰ ਦਾ ਅਰਥ ਹੈ ਵਾਹਿਗੁਰੂ, ਅਕਾਲ ਪੁਰਖ, ਇੱਕ ਪਰਮੇਸ਼ਵਰ। ਸਤਿਗੁਰਾਂ ਨੇ ਨਾਮ ਬੇਸ਼ੱਕ ਗੁਰ ਪਿਆਰਿਓ ਸਨਾਤਨੀ ਇਸਤੇਮਾਲ ਕੀਤੇ ਨੇ, ਪਰ ਅਰਥ ਆਪਣੇ ਨੇ, ਅਰਥ ਮੌਲਕ ਨੇ। ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰ ਪਿਆਰਿਓ ਇਸ ਸਾਰੇ ਗੁਰ ਪਿਆਰਿਓ ਸ਼ਲੋਕਾਂ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਪੌੜੀ ਦੇ ਵਿੱਚ ਸਤਿਗੁਰੂ ਜੀ ਕੀ ਸਮਝਾਉਂਦੇ ਨੇ? ਕਹਿੰਦੇ ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਕਹਿੰਦੇ ਫਿਰ ਸਮਝ ਲਓ ਗੁਰ ਪਿਆਰਿਓ ਵਾਹਿਗੁਰੂ ਨੂੰ ਮਿਲ ਗਿਆ, ਪਰਮੇਸ਼ਵਰ ਮਿਲ ਗਿਆ, ਜਿਹੜਾ ਅਤ ਦਰਜੇ ਦਾ ਸੋਹਣਾ ਹੋ ਗਿਆ। ਸੋਹਣਾ ਹੋਇਆ ਜਿਹਦਾ ਮਨ ਤਨ ਨਿਰਮਲ ਹੋ ਗਿਆ। ਭਉ ਭਾਉ ਸਭ ਤਿਸ ਦਾ, ਸੋ ਸੱਚ ਵਰਤੈ ਸੰਸਾਰ। ਹੁਣ ਗੁਰੂ ਪਿਆਰੀ ਇੱਕ ਗੱਲ ਆਖਰ ਦੇ ਵਿੱਚ ਫੇਰ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਭੈ ਕਿਹਦਾ ਲੈਣਾ? ਦੁਨੀਆ ਦਾ ਨਹੀਂ, ਵਾਹਿਗੁਰੂ ਦਾ। ਪਿਆਰ ਕਿਹਦਾ ਰੱਖਣਾ ਮਨ 'ਚ? ਵਾਹਿਗੁਰੂ ਦਾ। ਤਾਂ ਪਾਤਸ਼ਾਹ ਕਹਿੰਦੇ ਨੇ ਭਾਉ ਭਾਉ ਸਭ ਤਿਸ ਦਾ। ਕਹਿੰਦੇ ਚਾਹੇ ਪਿਆਰ ਹੈ ਚਾਹੇ ਭਾਉ ਹੈ, ਇਹ ਕਹਿੰਦੇ ਕਿਹਦਾ? ਤਿਸ ਦਾ, ਤਿਸ ਦਾ ਹੈ। ਕਹਿੰਦੇ ਤਿਸ ਦਾ ਕਿਹਦਾ ਮਹਾਰਾਜ? ਕਹਿੰਦੇ ਜੋ ਸੱਚ ਵਰਤਾ ਹੈ ਸੰਸਾਰ, ਜਿਹੜਾ ਸੱਚ ਸਾਰੇ ਸੰਸਾਰ 'ਚ ਵਰਤ ਰਿਹਾ। ਹੁਣ ਕਿਹੜਾ ਸੱਚ ਹੈ ਸਾਰੇ ਸੰਸਾਰ 'ਚ ਵਰਤ ਰਿਹਾ? ਉਹ ਹੈ ਵਾਹਿਗੁਰੂ। ਜਿਹੜਾ ਸੱਚ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ, ਕਹਿੰਦੇ ਭਾਉ ਵੀ ਉਹਦਾ ਤੇ ਭਾਉ ਵੀ ਉਹਦਾ ਅਸੀਂ ਧਾਰਨ ਕਰਨਾ ਹੈ, ਫੇਰ ਜ਼ਿੰਦਗੀ ਨੇ ਸੋਹਣਾ ਬਣਨਾ ਹੈ, ਤੇ ਫੇਰ ਗੁਰ ਪਿਆਰਿਓ ਵਾਹਿਗੁਰੂ ਦੀ ਖੁਸ਼ੀ ਸਾਨੂੰ ਮਿਲਣੀ ਹੈ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੂਹੀ ਕੀ ਵਾਰ ਦੇ ਵਿੱਚ ਸ਼ਲੋਕਾਂ ਤੇ ਪੌੜੀ ਦੇ ਵਿੱਚ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ। ਆਖਰੀ ਸ਼ਬਦ ਪੰਕਤੀਆਂ ਪੜ੍ਹ ਕੇ ਮਹਾਰਾਜ ਸਾਡੇ ਤੇ ਕਿਰਪਾ ਕਰਨੀ, ਇਸੇ ਤਰ੍ਹਾਂ ਹੀ ਸਾਨੂੰ ਸੰਗਤ ਕਰਨ ਦਾ ਬਲ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਓ ਗੁਰ ਪਿਆਰਿਓ ਆਖਰੀ ਪੰਕਤੀਆਂ ਪੜ੍ਹੀ। ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਭਉ ਭਾਉ ਸਭ ਤਿਸ ਦਾ, ਸੋ ਸੱਚ ਵਰਤੈ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।